सैंपल पेपर प्री बोर्ड एग्जाम 2022-23 जमात 8वीं गणित। क्वेश्चन नंबर 1 ਇਹਦਾ जो फर्स्ट जो पार्ट है ਉਹਦੇ ਵਿੱਚ है -1/7 ਦਾ ਗੁਣਾਤਮਕ ਉਲਟ ਦੱਸੋ। what is the multiplicative inverse of -1/7? देखो -1/7 ਦਾ ਅਸੀਂ ਮਲਟੀਪਲੀਕੇਟਿਵ ਇਨਵਰਸ फाइंड आउट करना है। ਤਾਂ ਇਹਦਾ ਮੈਥਡ ਕੀ ਹੁੰਦਾ ਹੈ? ਇੱਕ ਤਾਂ जो साइन है ਅਸੀਂ ਉਹ ਜੋ ਹੈ ਐਜ਼ ਇਟ ਇਜ਼ ਰੱਖਣਾ ਹੁੰਦਾ ਹੈ। ਜਿਵੇਂ ਮਾਈਨਸ ਦਾ ਸਾਈਨ ਸਾਨੂੰ ਜੋ ਹੈ 1 ਦੇ ਅੱਗੇ ਗਿਵਨ ਹੈ ਤਾਂ ਅਸੀਂ ਮਾਈਨਸ ਨੂੰ ਐਜ਼ ਇਟ ਇਜ਼ ਰੱਖਾਂਗੇ। ਤੇ ਇਸ ਦੇ ਵਿੱਚ ਹੋਰ ਅਸੀਂ ਕੀ ਕਰਨਾ ਹੁੰਦਾ ਹੈ ਵੀ ਜੋ ਨਿਊਮਰੇਟਰ ਹੈ ਉਸ ਨੂੰ ਅਸੀਂ ਡਿਨੋਮੀਨੇਟਰ ਬਣਾਉਣਾ ਹੁੰਦਾ ਹੈ ਤੇ ਜੋ ਡਿਨੋਮੀਨੇਟਰ ਹੈ ਉਸ ਨੂੰ ਅਸੀਂ ਨਿਊਮਰੇਟਰ ਬਣਾਉਣਾ ਹੁੰਦਾ ਹੈ। ਇੱਥੇ ਨਿਊਮਰੇਟਰ ਹੈ 1, ਉਸ ਨੂੰ ਅਸੀਂ ਕਰਾਂਗੇ ਡਿਨੋਮੀਨੇਟਰ, यानी कि 1 जो है नीचे आ जाऊगा। ਤੇ ਜੋ 7 है 7 जो डिनोमीनेटर है उस ਨੂੰ ਅਸੀਂ ਨਿਊਮਰੇਟਰ ਦੇ ਵਿੱਚ जो है शिफ्ट करना ਹੁੰਦਾ है। ਤਾਂ 7 जो है ਇਹ ਨਿਊਮਰੇਟਰ जो है ਬਣ ਗਿਆ। ਹੁਣ ਸਾਨੂੰ ਕੀ ਮਿਲਿਆ ਹੈ -7/1। ਇਸ ਨੂੰ ਅਸੀਂ -7 ਵੀ ਲਿਖ ਸਕਦੇ ਹਾਂ। ਤਾਂ ਇਹ ਜੋ -7 ਹੈ ਇਹ -1/7 ਦਾ ਮਲਟੀਪਲੀਕੇਟਿਵ ਇਨਵਰਸ ਹੈ। ਇਹਦੇ ਵਿੱਚ ਬਸ ਇਹੀ ਕਰਨਾ ਹੁੰਦਾ ਹੈ ਵੀ ਜੋ ਅੰਸ਼ ਹੈ ਉਸ ਨੂੰ ਅਸੀਂ ਹਰ यानी कि जो न्यूमरेटर है उसनों असी डिनोमीनेटर बनाना होंदा है ते जो डिनोमीनेटर है उसनों असी यानी कि जो हर है उसनों असी न्यूमरेटर यानी कि अंश बनाना होंदा है। 7 जो है वो उत्ते चला गया, 1 जो है नीचे आ गया, माइनस का साइन एज इट इज रहा ते -7 के नीचे जो 1 है उसनों असी लिखिए चाहे ना लिखिए कोई फर्क नहीं पैंदा है। तो -7 जो है -1/7 का मल्टीप्लीकेटिव इनवर्स है। ਇੱਥੇ ਅਸੀਂ ਵੇਖ ਲੈਂਦੇ ਹਾਂ ਵੀ ਆਪਸ਼ਨਸ ਦੇ ਵਿੱਚੋਂ ਕਿਹੜਾ ਸਹੀ ਹੈ। ਸੀ ਆਪਸ਼ਨ ਹੈ ਜੀ -7, ਤਾਂ ਇਹ ਜੋ ਹੈ ਸਹੀ ਹੈ ਸੀ ਆਪਸ਼ਨ। -7 is the multiplicative inverse of -1/7। -1/7 ਦਾ ਗੁਣਾਤਮਕ ਉਲਟ ਜੋ ਹੈ ਉਹ -7 ਹੈ। ਸੈਕਿੰਡ ਸਾਡੇ ਕੋਲ ਹੈ ਜੀ -3/2 ਵਿੱਚ ਕਿਹੜੀ ਸੰਖਿਆ ਜੋੜੀ ਜਾਵੇ ਕਿ 0 ਪ੍ਰਾਪਤ ਹੋਵੇ। what number should be added to -3/2 to get 0? ਦੇਖੋ ਸਿੰਪਲ ਜਿਹਾ ਹੈ। ਇਹਦੇ ਵਿੱਚ ਅਸੀਂ ਕਰਨਾ ਕੀ ਹੁੰਦਾ ਹੈ, ਦੇਖੋ ਜਿਵੇਂ ਇੱਥੇ -3/2 ਹੈ ਸਾਡੇ ਕੋਲ, ਇੱਥੇ ਤੁਸੀਂ ਦੇਖ ਸਕਦੇ ਹੋ -3/2 ਹੈ। ਹੁਣ -3/2 ਦੇ ਵਿੱਚ ਅਸੀਂ ਕਿਹੜੀ ਸੰਖਿਆ जो है जोड़िए कि सानू जो है 0 मिले। हुण इहदे विच देखो अगर असी ए वाला जो प्लस वाला 3/2 है ये माइनस का 3/2 सानू गिवन सी, अगर मैं इस दे विच प्लस का 3/2 जो है अगर वो जोड़ देवां तो सानू जो है वो 0 मिलूगा। ठीक है, जो संख्या सानू गिवन है बस उसका साइन यानी कि जिवें इत्थे सानू माइनस साइन गिवन है ਅਸੀਂ ਉਸਦਾ ਉਲਟ ਸਾਈਨ ਵਾਲਾ ਜੋ ਹੈ ਬਰਾਬਰ ਵਾਲਾ ਜੋ ਨੰਬਰ ਹੋਏਗਾ, ਜਿਵੇਂ 3/2 ਇੱਥੇ ਵੀ 3/2 ਹੀ ਹੈ ਪਰ ਇਹ ਵਾਲੇ 3/2 ਦੇ ਵਿੱਚ ਫਰਕ ਕੀ ਹੈ ਕਿ ਇਹ ਪਲੱਸ ਦਾ ਹੈ। ਠੀਕ ਹੈ, ਇੱਥੇ 3/2 ਦੇ ਅੱਗੇ ਤੁਸੀਂ ਦੇਖ ਸਕਦੇ ਹੋ ਨਾ ਕੋਈ ਸਾਈਨ ਸਾਨੂੰ ਗਿਵਨ ਨਹੀਂ ਹੈ। ਅਗਰ ਕੋਈ ਸਾਈਨ ਨਹੀਂ ਹੁੰਦਾ ਇਟ ਮੀਨਸ ਕਿ ਪਲੱਸ ਦਾ ਸਾਈਨ ਹੈ। ਤਾਂ -3/2 ਦੇ ਵਿੱਚ ਅਗਰ ਅਸੀਂ +3/2 ਅਗਰ ਅਸੀਂ ਜੋੜੀਏ ਯਾਨੀ ਕਿ ਐਡ ਕਰੀਏ ਤਾਂ ਸਾਨੂੰ ਜੋ ਹੈ 0 ਮਿਲੂਗਾ, क्योंकि आपस ਦੇ ਵਿੱਚ ਇਹ ਦੋਵੇਂ ਜੋ ਹੈ ਕੈਂਸਲ ਆਊਟ ਹੋ ਜਾਣਗੇ। ਇੱਕ ਮਾਈਨਸ ਦਾ ਹੈ ਇੱਕ ਪਲੱਸ ਦਾ ਹੈ ਤੇ ਨੰਬਰ ਜੋ ਹੈ ਦੋਵੇਂ ਬਰਾਬਰ ਹੈ 3/2 ਇੱਕ ਮਾਈਨਸ ਦਾ ਹੈ ਇੱਕ ਪਲੱਸ ਦਾ ਹੈ ਤਾਂ ਇਕੁਅਲ ਟੂ 0 ਹੋ ਜਾਏਗਾ। ਆਪਸ ਦੇ ਵਿੱਚ ਦੋਵੇਂ ਜੋ ਹੈ ਉਹ ਖਤਮ ਹੋ ਜਾਣਗੇ, ਕੈਂਸਲ ਆਊਟ ਹੋ ਜਾਣਗੇ। ਥਰਡ ਹੈ ਜੀ ਇੱਕ ਚੱਲ ਵਾਲੇ ਰੇਖੀ ਸਮੀਕਰਨ ਵਿੱਚ ਚੱਲ ਦੀ ਘਾਤ ਕਿੰਨੀ ਹੁੰਦੀ ਹੈ। ਇੰਗਲਿਸ਼ ਦੇ ਵਿੱਚ ਹੈ ਜੀ what is the power of variable in a linear equation in one variable। अगर गल लीनियर इक्वेशन की होए, ठीक है, एक चल वाले रेखी समीकरण की होए तो उस च सानू वेरीएबल की जो है पावर दसनी है। लीनियर इक्वेशन दे विच हमेशा जो है वेरीएबल की जो पावर हुंदी है वो जो है 1 हुंदी है। लीनियर इक्वेशन दे विच वेरीएबल की पावर जो है हमेशा 1 हुंदी है। जो ऑप्शन ए है वो साडा जो है करैक्ट आंसर है। किसे पंचभुज दी ਕਿਸੇ ਪੰਜਭੁਜ ਦੇ ਬਾਹਰੀ ਕੋਣਾਂ ਦਾ ਜੋੜਫਲ ਕਿੰਨਾ ਹੁੰਦਾ ਹੈ। what is the sum of the exterior angles of a pentagon?
ਸਾਨੂੰ ਜੋ ਹੈ ਐਕਸਟੀਰੀਅਰ ਐਂਗਲਸ ਜੋ ਹੈ ਪੈਂਟਾਗਨ ਦੇ ਉਹਨਾਂ ਦਾ ਸਮ ਜੋ ਹੈ ਦੱਸਣਾ ਹੈ। ਤਾਂ ਇਹ ਜੋ ਹੈ ਯਾਨੀ ਕਿ ਜੋ ਬਾਹਰੀ ਕੋਣਾਂ ਦਾ ਜੋੜਫਲ ਹੁੰਦਾ ਹੈ ਇਹ ਜੋ ਹੈ 360 ਡਿਗਰੀ ਯਾਨੀ ਕਿ 360 ਡਿਗਰੀ ਹੁੰਦਾ ਹੈ। ਆਪਸ਼ਨ ਸੀ ਜੋ ਹੈ ਸਾਡਾ ਕਰੈਕਟ ਹੋਊਗਾ। 360 डिग्री 360 डिग्री जो है आंसर है। द सम ऑफ द एक्सटीरियर एंगल्स ऑफ ए पेंटागन इज 360 डिग्री। अगला जिहड़ा क्वेश्चन है वो प्रोबेबिलिटी दा है। ਦਿੱਤੇ ਚਿੱਤਰ ਵਿੱਚੋਂ ਹਰਾ ਜੀ ਨਾਲ ਜੋ ਹੈ ਹਰੇ ਨੂੰ ਯਾਨੀ ਕਿ ਗ੍ਰੀਨ ਨੂੰ ਜੋ ਹੈ ਦਰਸਾਇਆ ਗਿਆ ਹੈ ਸੇਬ ਪ੍ਰਾਪਤ ਕਰਨ ਦੀ ਸੰਭਾਵਨਾ ਦਾ ਮੀਨਿੰਗ ਕੀ ਹੈ ਵੀ ਅਸੀਂ ਪ੍ਰੋਬੇਬਿਲਿਟੀ ਜੋ ਹੈ ਉਹ ਫਾਈਂਡ ਆਊਟ ਕਰਨੀ ਹੈ। ਤਾਂ ਇਹ ਜੋ ਹੈ ਕੁਐਸਚਨ ਤੁਹਾਡਾ ਐਕਸਰਸਾਈਜ਼ 5.3 ਦੇ ਵਿੱਚੋਂ ਹੈ ਜੋ ਡਾਟਾ ਹੈਂਡਲਿੰਗ ਵਾਲੀ ਜੋ ਐਕਸਰਸਾਈਜ਼ ਹੈ ਜੋ ਚੈਪਟਰ ਹੈ ਉਹਦੀ ਲਾਸਟ ਐਕਸਰਸਾਈਜ਼ ਹੈ 5.3 ਉਹਦੇ ਵਿੱਚੋਂ ਜੋ ਹੈ ਇਹ ਕੁਐਸਚਨ ਆਇਆ ਹੈ। What is the probability of getting green apple from the given figure? ਹੁਣ ਪਹਿਲਾਂ ਇਹ ਦੇਖ ਲਓ ਵੀ ਜੋ ਇਹ ਫਿਗਰ ਸਾਨੂੰ ਗਿਵਨ ਹੈ ਇਹਦੇ ਵਿੱਚ G ਲਿਖੇ ਹੋਏ ਕਿੰਨੇ ਜੋ ਹੈ ਐਪਲਸ ਨੇ ਯਾਨੀ ਕਿ ਸੇਬ ਨੇ। ਤੁਸੀਂ ਦੇਖ ਸਕਦੇ ਹੋ ਇਦਾਂ ਦੇ 3 ਹੀ ਜੋ ਹੈ ਐਪਲਸ ਨੇ ਯਾਨੀ ਕਿ ਸੇਬ ਨੇ। ਤੇ ਹੁਣ ਇੱਕ ਵਾਰੀ ਜੋ ਹੈ ਜੋ ਕੁੱਲ ਜੋ ਸੇਬ ਨੇ ਯਾਨੀ ਕਿ ਜੋ ਟੋਟਲ ਜੋ ਐਪਲ ਹੈਗੇ ਨੇ ਉਹ ਵੀ ਕਾਊਂਟ ਕਰ ਲਓ। 3 ਉੱਪਰ ਫਿਰ 3 ਨੀਚੇ ਤੇ ਇੱਕ ਹੋਰ ਜੋ ਹੈ ਨੀਚੇ ਯਾਨੀ ਕਿ 7 ਹੋ ਗਏ। ਤੇ ਟੋਟਲ ਜੋ ਹੈ ਉਹ 7 ਨੇ ਤੇ ਉਹਨਾਂ ਦੇ ਵਿੱਚੋਂ 3 ਜੋ ਹੈ ਉਹ ਹਰੇ ਨੇ ਯਾਨੀ ਕਿ ਗ੍ਰੀਨ ਐਪਲਸ ਨੇ। ਸਾਨੂੰ ਜੋ ਹੈ ਵਟ ਇਜ਼ ਦਾ ਪ੍ਰੋਬੇਬਿਲਿਟੀ ਆਫ ਗੈਟਿੰਗ ਗ੍ਰੀਨ ਐਪਲ ਫਰੋਮ ਦਾ ਗਿਵਨ ਫਿਗਰ। ਗਿਵਨ ਫਿਗਰ ਦੇ ਵਿੱਚੋਂ ਗ੍ਰੀਨ ਐਪਲ ਨੂੰ ਫਾਈਂਡ ਆਊਟ ਕਰਨ ਦੀ ਜੋ ਪ੍ਰੋਬੇਬਿਲਿਟੀ ਹੈ ਯਾਨੀ ਕਿ ਪ੍ਰਾਪਤ ਕਰਨ ਦੀ ਜੋ ਸੰਭਾਵਨਾ ਹੈ ਉਹ ਸਾਨੂੰ ਕੱਢਣੀ ਹੈ। ਤਾਂ ਜੋ ਗ੍ਰੀਨ ਐਪਲਸ ਦਾ ਜੋ ਨੰਬਰ ਹੈ ਦੇਖੋ ਨਿਊਮਰੇਟਰ ਦੇ ਵਿੱਚ ਅਸੀਂ ਕੀ ਰੱਖਾਂਗੇ ਜਦ ਅਸੀਂ ਇਹ ਪ੍ਰੋਬੇਬਿਲਿਟੀ ਫਾਈਂਡ ਆਊਟ ਕਰਨੀ ਹੁੰਦੀ ਹੈ ਜੋ ਫੇਵਰੇਬਲ ਇਵੈਂਟਸ ਹੁੰਦੇ ਹੈ। ਫੇਵਰੇਬਲ ਇਵੈਂਟਸ ਯਾਨੀ ਕਿ ਜੋ ਸਾਨੂੰ ਇਵੈਂਟ ਦਿੱਤਾ ਗਿਆ ਹੈ ਉਸ ਦੇ ਫੇਵਰ ਦੇ ਵਿੱਚ ਹੈ ਜੋ ਇਵੈਂਟਸ। ਤਾਂ ਇੱਥੇ ਜਿਵੇਂ ਹੁਣ ਟੋਟਲ ਜੋ ਐਪਲਸ ਹੈ ਉਹ 7 ਹੈ ਇਹਨਾਂ ਦੇ ਵਿੱਚੋਂ 3 ਐਪਲਸ ਗ੍ਰੀਨ ਹੈ ਤੇ ਸਾਨੂੰ 3 ਗ੍ਰੀਨ ਐਪਲਸ ਦੀ ਹੀ ਪ੍ਰੋਬੇਬਿਲਿਟੀ ਜੋ ਹੈ ਫਾਈਂਡ ਆਊਟ ਕਰਨੀ ਹੈ। ਤਾਂ ਇਸ ਨੂੰ ਅਸੀਂ ਰੱਖਾਂਗੇ 3 ਨੂੰ ਉੱਪਰ ਕਿਉਂਕਿ ਜੋ ਗ੍ਰੀਨ ਐਪਲਸ ਹੈ 3 ਉਹ 3 ਹੈ ਤੇ ਜੋ ਟੋਟਲ ਜੋ ਐਪਲਸ ਹੈ ਉਹ ਹੈ 7। ਇਟ ਮੀਨਸ ਕਿ 7 ਐਪਲਸ ਦੇ ਵਿੱਚੋਂ 3 ਗ੍ਰੀਨ ਐਪਲਸ ਆਉਣ ਦੀ ਜੋ ਪ੍ਰੋਬੇਬਿਲਿਟੀ ਹੈ ਸੰਭਾਵਨਾ ਹੈ ਉਹ ਹੈ 3/7। ਸੰਭਾਵਨਾ ਦਾ ਪ੍ਰੋਬੇਬਿਲਿਟੀ ਦਾ ਜੋ ਫਾਰਮੂਲਾ ਹੁੰਦਾ ਹੈ ਉਹ ਹੁੰਦਾ ਹੈ ਨੰਬਰ ਆਫ ਫੇਵਰੇਬਲ ਇਵੈਂਟਸ। ਇਹ ਆਉਂਦਾ ਹੈ ਨਿਊਮਰੇਟਰ ਦੇ ਵਿੱਚ ਯਾਨੀ ਕਿ ਅੰਸ਼ ਦੇ ਵਿੱਚ ਤੇ ਹਰ ਯਾਨੀ ਕਿ ਡਿਨੋਮੀਨੇਟਰ ਦੇ ਵਿੱਚ ਆਉਂਦਾ ਹੈ ਟੋਟਲ ਨੰਬਰ ਆਫ ਇਵੈਂਟਸ। ਇੱਥੇ ਗ੍ਰੀਨ ਐਪਲਸ ਹੈਗੇ ਹਨ 3 ਤੇ ਜੋ ਟੋਟਲ ਨੰਬਰ ਆਫ ਐਪਲਸ ਹੈ ਉਹ ਹੈ 7। ਤਾਂ ਇਸ ਕਰਕੇ ਜੋ ਪ੍ਰੋਬੇਬਿਲਿਟੀ ਹੈ ਗ੍ਰੀਨ ਐਪਲ ਨੂੰ ਪ੍ਰਾਪਤ ਕਰਨ ਦੀ ਯਾਨੀ ਕਿ ਗੈਟਿੰਗ ਦਾ ਗ੍ਰੀਨ ਐਪਲ ਉਹ ਜੋ ਹੈ 3/7 ਹੈ। 3 ਜੋ ਹੈ ਗ੍ਰੀਨ ਐਪਲਸ ਹੈ 7 ਜੋ ਹੈ ਉਹ ਟੋਟਲ ਐਪਲਸ ਹੈ। ਨੈਕਸਟ ਹੈ ਜੀ ਸੰਖਿਆ 50 ਦੇ ਵਰਗ ਵਿੱਚ ਕਿੰਨੀਆਂ ਅੱਛਾ ਇਹ ਪੰਜਵਾਂ ਜਿਹੜਾ ਮਤਲਬ ਪ੍ਰਸ਼ਨ ਹੈਗਾ ਸੀ ਇਹਦਾ ਤੁਹਾਡਾ ਜੋ ਹੈ ਇਹ ਵਾਲਾ ਜੋ ਆਪਸ਼ਨ ਹੈ ਉਹ ਸਹੀ ਹੈ। ਠੀਕ ਹੈ 3/7। ਸੰਖਿਆ 50 ਦੇ ਵਰਗ ਵਿੱਚ ਕਿੰਨੀਆਂ ਸਿਫਰਾਂ 0 ਹੋਣਗੀਆਂ। ਹਾਊ ਮੈਨੀ ਜ਼ੀਰੋਜ਼ ਵਿਲ ਦੇਅਰ ਬੀ ਇਨ ਦਾ ਸਕੁਅਰ ਆਫ ਨੰਬਰ 50। ਦੇਖੋ ਸਕੁਅਰ ਦੀ ਗੱਲ ਹੋ ਰਹੀ ਹੈ ਤਾਂ ਇਸ 'ਚ ਅਸੀਂ ਕਰਨਾ ਕੀ ਹੁੰਦਾ ਹੈ ਦੇਖੋ ਅਗਰ ਸਕੁਅਰ ਦੀ ਗੱਲ ਹੋ ਰਹੀ ਹੈ ਮੈਂ ਇੱਕ ਵਾਰੀ ਜ਼ਰਾ ਸਕਰੀਨ ਨੂੰ ਵੱਡਾ ਕਰ ਲਾਂ। ਹਾਂਜੀ ਹੁਣ ਅਸੀਂ 50 ਦੇ ਸਕੁਅਰ ਦੇ ਵਿੱਚ ਸਿਫਰਾਂ ਯਾਨੀ ਕਿ ਜ਼ੀਰੋਜ਼ ਨੂੰ ਕਾਊਂਟ ਕਰਨਾ ਹੈ। 50 ਦਾ ਸਕੁਅਰ ਇੱਦਾਂ ਜੋ ਹੈ ਲਿਖਿਆ ਜਾਂਦਾ ਹੈ ਤੇ ਇਹਦਾ ਮੀਨਿੰਗ ਕੀ ਹੁੰਦਾ ਹੈ ਵੀ ਅਸੀਂ 50 ਨੂੰ ਜੋ ਹੈ 50 ਦੇ ਨਾਲ ਮਲਟੀਪਲਾਈ ਕਰਨਾ ਹੈ ਯਾਨੀ ਕਿ 50 ਨੂੰ 50 ਦੇ ਨਾਲ ਗੁਣਾ ਕਰਨਾ ਹੈ। ਦੇਖੋ ਮੈਂ ਪਹਿਲਾਂ ਵੀ ਆਪਣੀ ਵੀਡੀਓਜ਼ ਦੇ ਵਿੱਚ ਸਮਝਾਇਆ ਹੋਇਆ ਹੈ ਇਹਦੇ ਵਿੱਚ ਤੁਹਾਨੂੰ ਮਤਲਬ ਜੋ ਨੋਰਮਲ ਜੋ ਮੈਥਡ ਹੁੰਦਾ ਹੈ ਮਲਟੀਪਲੀਕੇਸ਼ਨ ਵਾਲਾ ਉਹ ਅਪਲਾਈ ਕਰਨ ਦੀ ਜੋ ਹੈ ਤੁਹਾਨੂੰ ਜੋ ਹੈ ਜ਼ਰੂਰਤ ਨਹੀਂ ਹੈ। ਸਿੰਪਲੀ 5 ਨੂੰ 5 ਨਾਲ ਜੋ ਹੈ ਮਲਟੀਪਲਾਈ ਕਰੋ ਤੁਹਾਡਾ ਆਏਗਾ 25। 5 ਨੂੰ 5 ਨਾਲ ਕੀਤਾ ਤਾਂ ਇਹ ਹੋ ਗਿਆ 25। ਠੀਕ ਹੈ ਤੇ 1 0 ਇਹ ਵਾਲੇ 50 ਦੀ ਤੇ 1 0 ਇਹ ਵਾਲੇ 50 ਦੀ ਬਸ ਤੁਸੀਂ ਇਹ ਜੋ ਹੈ 2 ਜ਼ੀਰੋਜ਼ ਪਿੱਛੇ ਲਗਾ ਦੇਣੀਆਂ ਹੈ ਤੇ ਇਹ ਜੋ ਹੈ ਤੁਹਾਡਾ 2500 ਜੋ ਹੈ ਮਤਲਬ 50 ਦਾ ਸਕੁਅਰ ਆਇਆ। ਸਾਡਾ ਆਨਸਰ ਇਹ ਨਹੀਂ ਹੈ ਸਾਨੂੰ ਜੋ ਹੈ 50 ਦੇ ਸਕੁਅਰ ਯਾਨੀ ਕਿ 50 ਦੇ ਸਕੁਅਰ ਦੇ ਵਿੱਚ ਜੋ ਨੰਬਰ ਆਫ ਜ਼ੀਰੋਜ਼ ਹੈ ਉਹ ਜੋ ਹੈ ਕਾਊਂਟ ਕਰਨੀਆਂ ਹੈ। ਤਾਂ 50 ਦੇ ਸਕੁਅਰ ਦੇ ਵਿੱਚ ਨੰਬਰ ਆਫ ਜ਼ੀਰੋਜ਼ ਕਿੰਨੀਆਂ ਹੈ 2 ਹੈ ਯਾਨੀ ਕਿ 2 ਹੈ। ਠੀਕ ਹੈ ਤਾਂ 2500 ਦੇ ਵਿੱਚ 2 ਜ਼ੀਰੋਜ਼ ਹੈ 2 ਜ਼ੀਰੋਜ਼ ਹੈ। ਹਾਂਜੀ
ਸਾਡਾ ਕੁਐਸਚਨ ਸੀ ਹਾਊ ਮੈਨੀ ਜ਼ੀਰੋਜ਼ ਵਿਲ देयर ਬੀ ਇਨ ਦਾ ਸਕੁਅਰ ਆਫ ਨੰਬਰ 50। ਤਾਂ ਜੋ ਆਪਸ਼ਨ ਏ ਹੈ ਯਾਨੀ ਕਿ 2, ਇਹ ਜੋ ਹੈ ਕਰੈਕਟ ਆਨਸਰ ਹੋਏਗਾ। 2 ਜ਼ੀਰੋਜ਼ ਹੋਣਗੀਆਂ 50 ਦੇ ਸਕੁਅਰ ਦੇ ਵਿੱਚ। ਅਗਲਾ ਕੁਐਸਚਨ ਹੈ ਜੀ ਸੰਖਿਆ 5527 ਦੇ ਘਣ ਦਾ ਇਕਾਈ ਅੰਕ ਕੀ ਹੋਵੇਗਾ? ਵਟ ਇਜ਼ ਦਾ ਯੂਨਿਟ ਨੰਬਰ ਇੱਥੇ ਗਿਵਨ ਹੈ, ਵੈਸੇ ਡਿਜਿਟ ਹੋਣਾ ਚਾਹੀਦਾ ਹੈ। ਵਟ ਇਜ਼ ਦਾ ਯੂਨਿਟ ਡਿਜਿਟ ਆਫ ਦਾ ਕਿਊਬ ਆਫ ਦਾ ਨੰਬਰ 5227। ਵੈਸੇ ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਸਾਨੂੰ ਗਿਵਨ ਹੈ 5527 ਤੇ ਇੱਧਰ ਸਾਨੂੰ ਜੋ ਹੈ ਗਿਵਨ ਹੈ 5227। ਥੋੜੀ ਜਿਹੀ ਪ੍ਰਿੰਟਿੰਗ ਮਿਸਟੇਕ ਹੈ, ਪਰ ਚਲੋ ਸਾਨੂੰ ਇਹ 55 ਔਰ 52 ਦਾ ਕੋਈ ਜੋ ਹੈ ਮਤਲਬ ਇਸ ਦਾ ਇੱਥੇ ਕੈਲਕੂਲੇਸ਼ਨ ਦੇ ਵਿੱਚ ਰੋਲ ਨਹੀਂ ਹੈ। ਸਾਨੂੰ ਬਸ ਲਾਸਟ ਜੋ ਡਿਜਿਟ ਹੈ 7 ਦਾ ਹੀ ਯੂਜ਼ ਕਰਨਾ ਹੈ। ਚਲੋ ਹਾਂਜੀ, ਤੁਸੀਂ ਦੇਖ ਸਕਦੇ ਹੋ ਵੀ ਇੱਥੇ ਜੋ 7 ਹੈ, ਠੀਕ ਹੈ, ਜਿਵੇਂ ਵਨਸ ਪਲੇਸ ਵਾਲੇ ਡਿਜਿਟ ਨੂੰ ਤੁਸੀਂ ਦੇਖਣਾ ਹੈ। ਸਾਨੂੰ ਜੋ ਹੈ ਵਟ ਇਜ਼ ਦਾ ਯੂਨਿਟ ਡਿਜਿਟ ਆਫ ਦਾ ਕਿਊਬ ਆਫ ਦਾ ਨੰਬਰ 5527 5527 ਜੋ ਹੈ 5527। ਤੇ ਸਾਨੂੰ ਜੋ ਹੈ ਸਿਰਫ ਜੋ ਵਨਸ ਪਲੇਸ ਦੇ ਉੱਪਰ ਜੋ ਡਿਜਿਟ ਹੈ ਜਿਵੇਂ 7 ਹੈ, ਇਹਨਾਂ ਨੇ ਸਾਨੂੰ ਕਿਹਾ ਹੈ ਕਿਊਬ ਅਸੀਂ ਜੋ ਹੈ ਫਾਈਂਡ ਆਊਟ ਕਰਨਾ ਹੈ ਇਸ ਪੂਰੀ ਰਕਮ ਦਾ। ਤੇ ਸਾਨੂੰ ਸਿਰਫ ਜੋ ਹੈ ਕਿਊਬ ਦੇਖੋ, ਇਹਨਾਂ ਨੇ ਸਾਨੂੰ ਇਹ ਕਿਹਾ ਸੀ ਵੀ ਜਿਵੇਂ ਇਹ ਜੋ ਨੰਬਰ ਹੈ ਇਸ ਨੰਬਰ ਦਾ ਅਗਰ ਅਸੀਂ ਕਿਊਬ ਕਰ ਦਈਏ ਤਾਂ ਫਿਰ ਕਿਊਬ ਕਰਨ ਤੋਂ ਬਾਅਦ ਜੋ ਯੂਨਿਟ ਡਿਜਿਟ ਆਏਗਾ ਉਹ ਸਾਨੂੰ ਦੱਸਣਾ ਹੈ। ਹੁਣ ਸਾਨੂੰ ਇਸ ਕੰਪਲੀਟ ਜੋ ਇਹ ਨੰਬਰ ਹੈ ਇਸ ਦਾ ਕਿਊਬ ਕਰਨ ਦੀ ਜੋ ਹੈ ਜ਼ਰੂਰਤ ਨਹੀਂ ਹੈ, ਕਿਉਂਕਿ ਕਿਊਬ ਅਗਰ ਅਸੀਂ ਕਰਾਂਗੇ ਤਾਂ ਫਿਰ ਉਹ ਜੋ ਹੈ 5527 ਹਾਂਜੀ, ਜਿਵੇਂ ਇਹ ਨੰਬਰ ਹੈ 5527, ਅਗਰ ਅਸੀਂ ਇਹਦਾ ਕਿਊਬ ਕਰਾਂਗੇ ਤਾਂ ਇਹ ਤਾਂ ਜੋ ਹੈ ਬਹੁਤ ਜ਼ਿਆਦਾ ਵੱਡਾ ਜੋ ਹੈ ਨੰਬਰ ਹੋ ਜਾਊਗਾ। ਇਹਦੇ ਵਿੱਚ ਅਸੀਂ ਕਰਨਾ ਕੀ ਹੁੰਦਾ ਹੈ, ਜਿਹੜਾ ਇਹ ਵਨਸ ਪਲੇਸ ਦੇ ਉੱਪਰ ਨੰਬਰ ਹੈ ਜਿਵੇਂ 7 ਹੈ, ਅਸੀਂ ਜਸਟ ਇਹਦਾ ਕਿਊਬ ਕਰਕੇ ਦੇਖ ਲੈਣਾ ਹੈ। 7 ਦਾ ਕਿਊਬ ਕਰਨ ਦਾ ਮਤਲਬ ਕੀ ਹੈ ਵੀ 7 ਦੀ ਪਾਵਰ 3 ਹੋ ਗਿਆ, ਤੇ 7 ਦੀ ਪਾਵਰ 3 ਦਾ ਮਤਲਬ ਕੀ ਹੈ ਵੀ ਅਸੀਂ 7 ਨੂੰ 3 ਟਾਈਮਸ ਮਲਟੀਪਲਾਈ ਕਰਨਾ ਹੈ। 7 7 ਦਾ ਹੁੰਦਾ ਹੈ ਜੀ 49, 49 7 ਦਾ ਹੁੰਦਾ ਹੈ 343, 343। ਇੱਥੇ ਤੁਸੀਂ ਦੇਖ ਸਕਦੇ ਹੋ ਵੀ ਇਹ ਜੋ 343 ਆਇਆ ਹੈ ਇਸ ਦਾ ਤੁਸੀਂ ਜੋ ਵਨਸ ਜੋ ਨੰਬਰ ਹੈ ਵਨਸ ਪਲੇਸ ਦੇ ਉੱਪਰ ਜੋ ਡਿਜਿਟ ਹੈ ਬਸ ਤੁਸੀਂ ਉਸ ਨੂੰ ਜੋ ਹੈ ਲਿਖ ਕੇ ਆਣਾ ਹੈ। ਇਹਨਾਂ ਨੇ ਸਾਨੂੰ ਇਹ ਕਿਹਾ ਸੀ ਵੀ ਇਸ ਨੰਬਰ ਦਾ 5527 ਜੋ ਨੰਬਰ ਹੈ ਇਹਦੇ ਕਿਊਬ, ਇਸ ਨੰਬਰ ਦਾ ਅਗਰ ਅਸੀਂ ਕਿਊਬ ਕਰਦੇ ਹਾਂ ਤਾਂ ਕਿਊਬ ਕਰਨ ਤੋਂ ਬਾਅਦ ਜੋ ਯੂਨਿਟ ਜੋ ਪਲੇਸ ਦੇ ਉੱਪਰ ਯਾਨੀ ਕਿ ਜੋ ਵਨਸ ਪਲੇਸ ਦੇ ਉੱਪਰ ਜੋ ਨੰਬਰ ਆਏਗਾ ਉਹ ਅਸੀਂ ਦੱਸਣਾ ਹੈ, ਡਿਜਿਟ ਦੱਸਣਾ ਹੈ। ਤਾਂ ਇਹਦੇ ਵਿੱਚ ਅਸੀਂ ਸਿਰਫ ਕਰਨਾ ਕੀ ਹੁੰਦਾ ਹੈ ਵੀ ਜਿਵੇਂ ਜੋ ਵਨਸ ਪਲੇਸ ਦੇ ਉੱਪਰ ਜੋ ਡਿਜਿਟ ਹੈ ਜਿਵੇਂ 7 ਹੈ, 7 ਦਾ ਅਸੀਂ ਕਿਊਬ ਕਰਾਂਗੇ ਤੇ 7 ਦਾ ਕਿਊਬ ਕਰਕੇ ਸਾਨੂੰ ਮਿਲਿਆ ਹੈ 343, ਠੀਕ ਹੈ, ਇਹ ਤੁਸੀਂ ਦੇਖ ਸਕਦੇ ਹੋ। ਹੁਣ 343 ਦਾ ਜੋ ਵਨਸ ਪਲੇਸ ਦੇ ਉੱਪਰ ਜੋ ਡਿਜਿਟ ਹੈ ਜਿਵੇਂ ਇੱਥੇ 3 ਆ ਰਿਹਾ ਹੈ, ਠੀਕ ਹੈ, ਤੁਸੀਂ ਦੇਖ ਸਕਦੇ ਹੋ 3 ਆਇਆ ਹੈ, ਤਾਂ ਇਹ ਜੋ ਹੈ ਸਾਡਾ ਆਨਸਰ ਹੈ। ਆਪਸ਼ਨ ਜੋ ਬੀ ਹੈ ਉਹ ਸਾਡਾ ਕਰੈਕਟ ਆਨਸਰ ਹੈ, ਠੀਕ ਹੈ। ਸੰਖਿਆ 5527 ਦੇ ਘਣ ਦਾ ਇਕਾਈ ਅੰਕ ਕੀ ਹੋਵੇਗਾ? ਤਾਂ ਸਾਡਾ ਆਨਸਰ ਆਇਆ ਹੈ 3, ਠੀਕ ਹੈ। 343 ਦੇ ਵਿੱਚ ਜੋ 3 ਹੈ ਉਹ ਸਾਡਾ ਵਨਸ ਪਲੇਸ ਦੇ ਉੱਤੇ ਆ ਰਿਹਾ ਹੈ ਤੇ ਉਹੀ ਸਾਡਾ ਆਨਸਰ ਹੈ। ਵਟ ਇਜ਼ ਦਾ ਯੂਨਿਟ ਡਿਜਿਟ ਆਫ ਦਾ ਕਿਊਬ ਆਫ ਦਾ ਨੰਬਰ? ਤਾਂ ਸਾਡਾ ਆਨਸਰ ਆਇਆ ਹੈ ਜੀ ਆਪਸ਼ਨ ਬੀ 3। ਨੈਕਸਟ ਹੈ ਜੀ 2:5 ਨੂੰ ਪ੍ਰਤੀਸ਼ਤ ਰੂਪ ਵਿੱਚ ਬਦਲੋ। ਕਨਵਰਟ 2:5 to a percentage। ਤਾਂ ਇਹ ਸਿੰਪਲ ਜਿਹਾ ਹੀ ਹੈ, ਦੇਖੋ ਜਿਵੇਂ ਸਾਡੇ ਕੋਲ ਜੋ ਰੇਸ਼ੋ ਗਿਵਨ ਹੈ ਉਹ ਹੈ 2:5। ਇਹ ਜੋ ਇਸ ਟੂ ਦਾ ਸਾਈਨ ਹੁੰਦਾ ਹੈ, 2 ਬਿੰਦੀਆਂ ਦਾ ਸਾਈਨ ਹੈ, ਉਸ ਨੂੰ ਅਸੀਂ ਬਟੇ ਦੇ ਵਿੱਚ ਜੋ ਹੈ ਕਨਵਰਟ ਕਰ ਲੈਣਾ ਹੈ। ਤਾਂ ਇਸ ਨੂੰ ਅਸੀਂ ਲਿਖਾਂਗੇ 2/5 ਯਾਨੀ ਕਿ 2/5 ਤੇ ਪਰਸੈਂਟੇਜ ਦੇ ਵਿੱਚ ਕਨਵਰਟ ਕਰਨਾ ਹੈ ਤਾਂ ਅਸੀਂ 100 ਦੇ ਨਾਲ ਮਲਟੀਪਲਾਈ ਕਰਾਂਗੇ। ਹਾਂਜੀ, ਤਾਂ 5 2s 10 ਹੋ ਗਿਆ ਤੇ 0 ਜੋ ਹੈ ਨਾਲ ਆ ਗਈ। ਤਾਂ 5 ਨੇ ਜੋ ਹੈ 100 ਨੂੰ ਡਿਵਾਈਡ ਕਰਤਾ 20 ਤੇ ਹੁਣ ਜੋ 2 ਹੈ ਉਹ 20 ਦੇ ਨਾਲ ਮਲਟੀਪਲਾਈ ਹੋ ਕੇ ਸਾਨੂੰ ਮਿਲੇਗਾ 40 ਤੇ ਇਟ ਮੀਨਸ ਇਹ ਜੋ ਹੈ 40% ਹੈ।
ਅਸੀਂ ਜੋ ਹੈ ਰੇਸ਼ੋ ਨੂੰ ਯਾਨੀ ਕਿ 2:5 ਨੂੰ ਜੋ ਹੈ ਪਰਸੈਂਟੇਜ ਦੇ ਵਿੱਚ ਕਨਵਰਟ ਕਰਨਾ ਸੀ, ਤਾਂ ਸਾਡਾ ਜੋ ਆਨਸਰ ਹੈ ਆਪਸ਼ਨ ਬੀ ਹੈ 40%। 40% ਜੋ ਹੈ ਉਹ ਆਨਸਰ ਹੈ, ਠੀਕ ਹੈ। ਕਨਵਰਟ 2:5 ਟੂ a ਪਰਸੈਂਟੇਜ, ਤਾਂ ਅਸੀਂ ਕਨਵਰਟ ਕਰਕੇ ਦੇਖ ਲਿਆ ਹੈ 40%, 40% ਜੋ ਹੈ ਸਾਡਾ ਆਨਸਰ ਹੈ। ਨੈਕਸਟ ਹੈ ਜੀ, ਕਟੌਤੀ ਕਿਸ ਮੂਲ ਤੇ ਪਤਾ ਕੀਤੀ ਜਾ ਸਕਦੀ ਹੈ? ਐਟ ਵਿਚ ਪ੍ਰਾਈਸ ਕੈਨ ਦਾ ਡਿਸਕਾਊਂਟ ਬੀ ਕੈਲਕੂਲੇਟਡ। ਡਿਸਕਾਊਂਟ ਹਮੇਸ਼ਾ ਜੋ ਹੈ ਉਹ ਮਾਰਕਡ ਪ੍ਰਾਈਸ ਤੇ ਜੋ ਹੈ ਕੈਲਕੂਲੇਟ ਕੀਤਾ ਜਾਂਦਾ ਹੈ। ਇੱਕ ਵਾਰੀ ਫਿਰ ਸੁਣ ਲਓ, ਜੋ ਡਿਸਕਾਊਂਟ ਹੈ ਉਹ ਹਮੇਸ਼ਾ ਜੋ ਹੈ ਮਾਰਕਡ ਪ੍ਰਾਈਸ, ਜਿਸ ਨੂੰ ਕਿ ਅਸੀਂ ਪੰਜਾਬੀ ਦੇ ਵਿੱਚ ਅੰਕਿਤ ਮੁੱਲ ਵੀ ਕਹਿੰਦੇ ਹਾਂ, ਉਸੀ ਤੇ ਜੋ ਹੈ ਇਹ ਕੈਲਕੂਲੇਟ ਕੀਤਾ ਜਾਂਦਾ ਹੈ। ਤਾਂ ਸਾਡਾ ਆਨਸਰ ਹੈ ਜੀ ਆਪਸ਼ਨ ਸੀ, ਅੰਕਿਤ ਮੁੱਲ ਜਾਂ ਫਿਰ ਮਾਰਕਡ ਪ੍ਰਾਈਸ। ਮਾਰਕਡ ਪ੍ਰਾਈਸ ਤੇ ਜੋ ਡਿਸਕਾਊਂਟ ਹੈ ਉਹ ਜੋ ਹੈ ਕੈਲਕੂਲੇਟ ਕੀਤਾ ਜਾਂਦਾ ਹੈ। बहुपद a² + 3a + 2 किस प्रकार की बहुपद है? विच टाइप ऑफ द पोलीनोमीअल इज a² + 3a + 2? ਤਾਂ ਇਹਦੇ ਵਿੱਚ ਅਸੀਂ ਟਰਮਸ ਕਾਊਂਟ ਕਰਨੀਆਂ ਹੁੰਦੀਆਂ ਹੈ। ਜਿਵੇਂ ਤੁਸੀਂ ਦੇਖ ਸਕਦੇ ਹੋ, a² ਇੱਕ ਟਰਮ ਹੈ, ਫਿਰ ਪਲੱਸ ਦੇ ਵਿੱਚ 3a ਦੂਸਰੀ ਟਰਮ ਹੈ, ਫਿਰ +2 ਇਹ ਤੀਜੀ ਟਰਮ ਹੈ। ਇਟ ਮੀਨਸ ਕਿ ਇਹਦੇ ਵਿੱਚ 3 ਟਰਮਸ ਆ ਰਹੀਆਂ ਨੇ, ਯਾਨੀ ਕਿ 3 ਟਰਮਸ ਨੇ। ਤਾਂ ਅਸੀਂ ਆਪਣਾ ਆਨਸਰ ਲਿਖ ਕੇ ਆਵਾਂਗੇ ਟਰਾਈਨੋਮੀਅਲ, ਯਾਨੀ ਕਿ 3 ਪਦੀ, ਠੀਕ ਹੈ। ਆਪਸ਼ਨ ਸੀ 3 ਪਦੀ ਯਾਨੀ ਕਿ ਟਰਾਈਨੋਮੀਅਲ ਜੋ ਹੈ ਇਹਦਾ ਆਨਸਰ ਹੈ। ਉਹਦਾ ਰੀਜ਼ਨ ਕੀ ਹੈ ਵੀ ਇਹਦੇ ਵਿੱਚ 3 ਟਰਮਸ ਆ ਰਹੀਆਂ ਨੇ। ਇੱਕ ਤਾਂ a² ਹੈ, ਦੂਜੀ ਟਰਮ 3a ਹੈ, ਤੀਜੀ ਟਰਮ ਇਹ ਜੋ ਹੈ 2 ਹੈ, ਠੀਕ ਹੈ। ਤਾਂ 3 ਟਰਮਸ ਆ ਰਹੀਆਂ ਨੇ, ਇਸ ਕਰਕੇ ਸਾਡਾ ਆਨਸਰ ਜੋ ਹੈ ਉਹ 3 ਪਦੀ ਯਾਨੀ ਕਿ ਟਰਾਈਨੋਮੀਅਲ ਹੈ। ਨੈਕਸਟ ਹੈ ਜੀ, ਘਣ ਦੇ ਕਿੰਨੇ ਕਿਨਾਰੇ ਹੁੰਦੇ ਹਨ? ਹਾਊ ਮੈਨੀ ਐਜਿਸ ਆਰ ਦੇਅਰ ਇਨ ਏ ਕਿਊਬ? ਪਹਿਲਾਂ ਮੈਂ ਤੁਹਾਨੂੰ ਜੋ ਹੈ ਕਿਊਬ ਬਣਾਉਣਾ ਜੋ ਹੈ ਸਿਖਾ ਦਿੰਦਾ ਹਾਂ, ਕਿਊਬ ਬਣਾ ਕੇ ਵੀ ਦਿਖਾ ਦਿੰਦਾ ਵੀ ਕਿਊਬ ਹੁੰਦਾ ਕੀ ਹੈ। ਦੇਖੋ ਕਿਊਬ ਵਾਸਤੇ ਸਾਨੂੰ ਜੋ ਹੈ ਸਕੁਏਅਰ ਚਾਹੀਦਾ ਹੁੰਦਾ ਹੈ, ਏਰੀਆ ਇੱਕ ਸਕੁਏਅਰ, ਠੀਕ ਹੈ। ਇਸੀ ਸਕੁਏਅਰ ਦੇ ਵਿੱਚ ਪਹਿਲਾਂ ਤੁਸੀਂ ਸਾਈਡਸ ਕਾਊਂਟ ਕਰ ਲਓ, ਕਿਉਂਕਿ ਜੋ ਸਾਈਡਸ ਨੇ ਉਹੀ ਜੋ ਹੈ ਐਜਿਸ ਹੋਣਗੀਆਂ। ਇਸ ਸਕੁਏਅਰ ਦੇ ਵਿੱਚ ਇਸ ਟਾਈਮ 4 ਸਾਈਡਸ ਨੇ, ਠੀਕ ਹੈ। ਇੱਕ ਅਸੀਂ ਸਕੁਏਅਰ ਹੋਰ ਬਣਾਉਣਾ ਹੁੰਦਾ ਹੈ, ਇਹ ਇੱਦਾਂ ਦਾ, ਹਾਂਜੀ। ਇੱਕ ਸਕੁਏਅਰ ਮੈਂ ਪਹਿਲਾਂ ਲਿੱਤਾ ਸੀ, ਉਹਦੇ ਵਿੱਚ 4 ਸਾਈਡਸ ਸੀ, ਠੀਕ ਹੈ। ਇੱਥੇ ਲਿਖ ਲੈਂਦੇ ਹਾਂ, ਇੱਥੇ ਨਹੀਂ ਲਿਖਿਆ ਜਾ ਸਕਦਾ, ਹਾਂਜੀ 4 ਸਾਈਡਸ ਪਹਿਲੇ ਵਾਲੇ ਸਕੁਏਅਰ ਦੀ ਹੋ ਗਈ। ਫਿਰ ਇੱਕ ਅਸੀਂ ਹੋਰ ਸਕੁਏਅਰ ਜੋ ਹੈ ਬਣਾਇਆ, ਉਹਦੀ ਵੀ 4 ਸਾਈਡਸ ਹੋ ਗਈ, ਤਾਂ 8 ਸਾਈਡਸ ਹਾਲੇ ਤੱਕ ਹੋ ਚੁੱਕੀਆਂ ਹੈ। ਪਰ ਹਾਲੇ ਇਹ ਜੋ ਹੈ ਕਿਊਬ ਬਣਿਆ ਨਹੀਂ ਹੈ। ਕਿਊਬ ਬਣਾਉਣ ਵਾਸਤੇ ਸਾਨੂੰ ਕੀ ਕਰਨਾ ਹੁੰਦਾ ਹੈ? ਦੇਖੋ, ਜਿਵੇਂ ਇਹ ਵਾਲਾ ਜੋ ਹੈ ਇਸ ਨੂੰ ਅਸੀਂ ਇਹ ਇੱਦਾਂ ਜੁਆਇਨ ਕਰਨਾ ਹੁੰਦਾ ਹੈ। ਇਹ ਕਿਨਾਰਿਆਂ ਨੂੰ ਅਸੀਂ ਜੁਆਇਨ ਕਰਨਾ ਹੁੰਦਾ ਹੈ। ਮੇਰੇ ਕੋਲ ਇੱਥੇ ਹੁਣ ਇਹ ਬਰਸ਼ ਹੈ, ਤਾਂ ਐਗਜ਼ੈਕਟਲੀ ਜੋ ਹੈ ਸ਼ਾਇਦ ਨਾ ਜੁੜੇ ਇੱਦਾਂ, ਇਹ ਇਸ ਤਰ੍ਹਾਂ ਜੋ ਹੈ ਅਸੀਂ ਜੁਆਇਨ ਕਰਨਾ ਹੈ, ਹਾਂਜੀ। ਤੇ ਇਹ 9ਵੀਂ ਸਾਈਡ ਅਸੀਂ ਬਣਾਤੀ ਹੈ, ਇਹ 10ਵੀਂ ਸਾਈਡ ਅਸੀਂ ਬਣਾਤੀ, ਇਹ 11ਵੀਂ ਸਾਈਡ ਤੋਂ ਇੱਥੇ ਭਾਵ ਕੀ ਹੈ? ਐਜ, ਠੀਕ ਹੈ। ਇਹ 11ਵੀਂ ਹੋ ਗਈ ਨੀਚੇ, ਤੇ ਇਹ 12ਵੀਂ ਹੋ ਗਈ। ਇਹ ਜੋ ਹੈ ਇੱਕ ਕਿਊਬ ਹੈ, ਠੀਕ ਹੈ। ਤੇ ਇਹਦੇ ਵਿੱਚ ਜੋ ਹੈ ਤੁਸੀਂ ਦੇਖ ਸਕਦੇ ਹੋ, ਯਾਨੀ ਕਿ 12 ਯਾਨੀ ਕਿ 12 ਸਾਈਡਾਂ ਨੇ, ਜਿਸ ਨੂੰ ਕਿ ਅਸੀਂ 12 ਐਜਿਸ ਵੀ ਕਹਿ ਸਕਦੇ ਹਾਂ। ਸਾਡਾ ਕੁਐਸਚਨ ਸੀ ਵੀ ਇੱਕ ਕਿਊਬ ਦੇ ਕਿੰਨੇ ਐਜਿਸ ਹੁੰਦੇ ਹੈ, ਤਾਂ ਤੁਹਾਡਾ ਆਨਸਰ ਆਏਗਾ 12 ਐਜਿਸ ਯਾਨੀ ਕਿ 12 ਐਜਿਸ। ਹਾਂਜੀ, ਕੁਐਸਚਨ ਹੈ ਜੀ, ਘਨ ਦੇ ਕਿੰਨੇ ਕਿਨਾਰੇ ਹੁੰਦੇ ਹੈ? ਹਾਊ ਮੈਨੀ ਐਜਿਸ ਆਰ ਦੇਅਰ ਇਨ ਏ ਕਿਊਬ? ਤਾਂ ਸਾਡਾ ਜੋ ਆਪਸ਼ਨ ਡੀ ਹੈ 12, ਉਹ ਸਾਡਾ ਜੋ ਹੈ ਕਰੈਕਟ ਆਨਸਰ ਹੈ। ਆਪਸ਼ਨ ਡੀ 12 ਯਾਨੀ ਕਿ 12 ਜੋ ਹੈ ਐਜਿਸ ਹੁੰਦੇ ਹੈ ਕਿਊਬ ਦੇ, ਇਹ ਸਾਡਾ ਕਰੈਕਟ ਆਨਸਰ ਹੈ। ਨੈਕਸਟ ਹੈ ਜੀ, ਘਣਾਵ ਦਾ ਆਇਤਨ ਪਤਾ ਕਰਨ ਦਾ ਸੂਤਰ ਕੀ ਹੁੰਦਾ ਹੈ? ਵਟ ਇਜ਼ ਦਾ ਫਾਰਮੂਲਾ ਫॉर ਫਾਈਂਡਿੰਗ ਦਾ ਵੋਲਿਊਮ ਆਫ ਏ ਕਿਊਬ? ਜੋ ਦੇਖੋ, ਇੱਧਰ ਪੰਜਾਬੀ ਦੇ ਵਿੱਚ ਇਹਨਾਂ ਨੇ ਕਿਹਾ ਹੈ ਘਣਾਵ, ਤੇ ਇੱਧਰ ਇੰਗਲਿਸ਼ ਦੇ ਵਿੱਚ ਇਹ ਲਿਖ ਰਹੇ ਹੈ ਕਿਊਬ। ਅਗਰ ਇਹ ਘਣਾਵ ਦੀ ਗੱਲ ਕਰ ਰਹੇ ਹਾਂ ਤਾਂ ਇੱਧਰ ਜੋ ਹੈ ਕਿਊਬੋਇਡ ਆਉਣਾ ਚਾਹੀਦਾ ਹੈ, ਕਿਉਂਕਿ ਕਿਊਬ ਦੀ ਜੋ ਪੰਜਾਬੀ ਦੇ ਵਿੱਚ ਮਤਲਬ ਜੋ ਪੰਜਾਬੀ ਹੁੰਦੀ ਹੈ ਉਹ ਕਣ ਹੁੰਦੀ ਹੈ, ਤੇ ਘਣਾਵ ਦੀ ਜੋ ਇੰਗਲਿਸ਼ ਹੁੰਦੀ ਹੈ ਉਹ ਕਿਊਬੋਇਡ ਹੁੰਦੀ ਹੈ। ਕਿਊਬੋਇਡ ਦੀ ਵੋਲਿਊਮ ਨੂੰ ਫਾਈਂਡ ਆਊਟ ਕਰਨ ਦਾ ਫਾਰਮੂਲਾ ਕੀ ਹੁੰਦਾ ਹੈ ਜੀ? ਲੈਂਥ, ਬ੍ਰੈਡਥ ਅਤੇ ਹਾਈਟ ਨੂੰ ਅਸੀਂ ਮਲਟੀਪਲਾਈ ਕਰਦੇ ਹਾਂ, ਠੀਕ ਹੈ। ਤਾਂ ਜੋ ਆਪਸ਼ਨ ਸੀ ਹੈ LBH, ਇੱਥੇ L ਦਾ ਮੀਨਿੰਗ ਕੀ ਹੈ? ਲੈਂਥ, B ਦਾ ਮਤਲਬ ਕੀ ਹੈ? ਬ੍ਰੈਡਥ, ਤੇ H ਦਾ ਮਤਲਬ ਕੀ ਹੈ? ਹਾਈਟ। ਲੈਂਥ ਮੀਨਸ ਲੰਬਾਈ, ਬ੍ਰੈਡਥ ਮੀਨਸ ਚੌੜਾਈ, ਹਾਈਟ ਮੀਨਸ ਉਚਾਈ। ਤਾਂ ਅਗਰ ਅਸੀਂ ਕਿਊਬੋਇਡ ਦੀ
ਵੋਲਿਊਮ ਫਾਈਂਡ ਆਊਟ ਕਰਨੀ ਹੈ, ਯਾਨੀ ਕਿ ਘਨਾਭ ਦਾ ਆਇਤਨ ਅਸੀਂ ਅਗਰ ਪਤਾ ਕਰਨਾ ਹੈ ਤਾਂ ਉਹਦਾ ਸੂਤਰ ਯਾਨੀ ਕਿ ਫਾਰਮੂਲਾ ਕੀ ਹੁੰਦਾ ਹੈ, LBH ਯਾਨੀ ਕਿ ਲੈਂਥ ਮਲਟੀਪਲੀਕੇਸ਼ਨ ਬ੍ਰੈਡਥ ਮਲਟੀਪਲੀਕੇਸ਼ਨ ਹਾਈਟ। ਨੈਕਸਟ ਹੈ ਜੀ 3⁻0 ਮਲਟੀਪਲੀਕੇਸ਼ਨ 4⁻0 ਦਾ ਮੁੱਲ ਕੀ ਹੋਵੇਗਾ। ਵਟ ਵਿਲ ਬੀ ਦਾ ਵੈਲਿਊ ਆਫ 3⁻0 ਮਲਟੀਪਲੀਕੇਸ਼ਨ 4⁻0। ਦੇਖੋ ਜਿਹੜਾ ਇਹ 3⁻0 ਹੈ ਇਹਦਾ ਮਤਲਬ ਜੋ ਹੈ ਉਹ 1 ਹੈ। ਅਗਰ ਕਿਸੇ ਵੀ ਨੰਬਰ ਦੀ ਅਗਰ ਪਾਵਰ ਜੋ ਹੈ ਉਹ 0 ਹੈ ਤਾਂ ਉਹ ਨੰਬਰ ਜੋ ਹੈ 1 ਦੇ ਇਕੁਅਲ ਹੁੰਦਾ ਹੈ। ਤੇ 3⁻0 ਜੋ ਹੈ ਉਹ 1 ਦੇ ਇਕੁਅਲ ਹੋ ਗਿਆ। ਫਿਰ ਮਲਟੀਪਲੀਕੇਸ਼ਨ, ਫਿਰ ਅਗਲਾ ਜੋ ਨੰਬਰ ਹੈ ਉਹ ਹੈ 4⁻0। ਫਿਰ ਦੇਖੋ ਇਹ ਵੀ ਜੋ ਹੈ ਕਿਸੇ ਨੰਬਰ ਦੀ ਪਾਵਰ ਜੋ ਹੈ 0 ਹੈ, ਠੀਕ ਹੈ, ਤਾਂ ਇਹ ਵੀ ਜੋ ਹੈ 1 ਦੇ ਇਕੁਅਲ ਹੈ। ਇਟ ਮੀਨਸ ਕਿ ਅਸੀਂ 1 ਨੂੰ 1 ਦੇ ਨਾਲ ਮਲਟੀਪਲਾਈ ਕਰਨਾ ਹੈ, 1 ਨੂੰ 1 ਦੇ ਨਾਲ ਗੁਣਾ ਕਰਨਾ ਹੈ, ਤਾਂ 1 ਨੂੰ 1 ਨਾਲ ਮਲਟੀਪਲਾਈ ਕਰਕੇ ਸਾਨੂੰ ਆਨਸਰ ਮਿਲੂਗਾ 1। ਇਟ ਮੀਨਸ ਕਿ ਸਾਡਾ ਜੋ ਆਨਸਰ ਹੈ 3⁻0 ਮਲਟੀਪਲੀਕੇਸ਼ਨ 4⁻0 ਦਾ ਮੁੱਲ ਕੀ ਹੋਵੇਗਾ, ਤਾਂ ਜੋ ਆਪਸ਼ਨ B ਹੈ 1 ਇਜ਼ ਦਾ ਕਰੈਕਟ ਆਨਸਰ। ਆਪਸ਼ਨ B ਇਜ਼ ਦਾ ਕਰੈਕਟ ਆਨਸਰ। ਨੈਕਸਟ 4YZ ਅਤੇ 14Z ਦਾ ਸਾਂਝਾ ਗੁਣਨਖੰਡ ਕੀ ਹੋਵੇਗਾ। ਵਟ ਵਿਲ ਬੀ ਦਾ ਕਾਮਨ ਫੈਕਟਰ ਆਫ 4YZ ਐਂਡ 14Z। ਇਸ ਵਾਸਤੇ ਸਾਨੂੰ ਜੋ ਹੈ ਪਹਿਲਾਂ ਇਸ ਨੂੰ ਜੋ ਹੈ ਬ੍ਰੇਕ ਕਰਕੇ ਲਿਖਣਾ ਪਏਗਾ। ਦੇਖੋ ਸਾਡੇ ਕੋਲ ਪਹਿਲਾ ਹੈ 4YZ। ਇਸ 4YZ ਨੂੰ ਮੈਂ ਇੱਦਾਂ ਲਿਖ ਸਕਦਾ ਹਾਂ। ਦੇਖੋ ਜੋ ਪਹਿਲੇ ਵਾਲਾ 4 ਹੈ ਇਸ ਨੂੰ ਮੈਂ ਲਿਖ ਸਕਦਾ ਹਾਂ 2 ਮਲਟੀਪਲੀਕੇਸ਼ਨ 2 ਯਾਨੀ ਕਿ 2 ਦੂਣੀ 4 ਹੋ ਗਿਆ। ਤੇ ਜੋ y ਹੈ ਉਸ ਨੂੰ ਐਜ਼ ਇਟ ਇਜ਼ ਤੇ ਜੋ z ਹੈ ਉਸ ਨੂੰ ਐਜ਼ ਇਟ ਇਜ਼ ਰਹਿਣ ਦਿਓ। ਅਗਲਾ ਹੈ ਜੀ 14Z। ਹਾਂਜੀ, ਇਹ ਜੋ 14 ਹੈ ਇਸ ਨੂੰ ਮੈਂ ਲਿਖ ਸਕਦਾ ਹਾਂ 2 ਮਲਟੀਪਲੀਕੇਸ਼ਨ 7, ਠੀਕ ਹੈ, ਯਾਨੀ ਕਿ 2 7 14 ਹੋ ਗਿਆ, ਠੀਕ ਹੈ, 2 ਮਲਟੀਪਲੀਕੇਸ਼ਨ 7 ਤੇ ਜੋ z ਹੈ ਉਸ ਨੂੰ ਐਜ਼ ਇਟ ਇਜ਼। ਹੁਣ ਅਸੀਂ ਸਾਂਝੇ ਗੁਣਨਖੰਡ ਜੋ ਹੈ ਵੇਖਣੇ ਹੈ, ਕਾਮਨ ਫੈਕਟਰਸ ਦੇਖਣੇ ਹੈ। ਤਾਂ ਅਸੀਂ ਜਦੋਂ ਸਾਂਝੇ ਗੁਣਨਖੰਡ ਵੇਖਣੇ ਹੁੰਦੇ ਆ ਬਸ ਨੋਟ ਕੀ ਕਰਨਾ ਹੁੰਦਾ ਹੈ ਵੀ ਇਹਨਾਂ ਦੋਵਾਂ ਦੇ ਵਿੱਚ ਕਿਹੜੇ ਜੋ ਨੰਬਰਸ ਹੈ ਜਾਂ ਜੋ ਵੇਰੀਏਬਲਸ ਹੈ ਉਹ ਸੇਮ ਆ ਰਹੇ ਹੈ। ਇੱਕ ਤਾਂ ਦੇਖੋ ਇਹ ਜੋ ਪਹਿਲੇ ਵਾਲਾ ਜੋ 2 ਹੈ ਯਾਨੀ ਕਿ 2 ਹੈ ਇਹ ਦੋਵਾਂ ਦੇ ਵਿੱਚ ਸਾਂਝਾ ਹੈ ਯਾਨੀ ਕਿ ਕਾਮਨ ਹੈ। ਤੇ ਇੱਦਾਂ ਹੀ ਜੋ ਇਹ z ਹੈ ਇਹ ਜੋ ਹੈ ਸਾਂਝਾ ਹੈ ਯਾਨੀ ਕਿ ਕਾਮਨ ਹੈ। ਤਾਂ ਸਾਡਾ ਆਨਸਰ ਜੋ ਹੈ ਉਹ ਦੇਖੋ ਇਹ ਹੋਏਗਾ, ਇੱਕ ਤਾਂ 2 ਹੋਏਗਾ, ਠੀਕ ਹੈ, ਤੇ ਇੱਕ z ਹੋਏਗਾ। ਇਹ 2 ਔਰ z ਮੈਂ ਕਿੱਦਾਂ ਜੋ ਹੈ ਲਿਖਿਆ ਹੈ ਤੁਸੀਂ ਦੇਖ ਸਕਦੇ ਹੋ। ਇੱਕ ਤਾਂ ਇਹਨਾਂ ਦੋਵਾਂ ਦੇ ਵਿੱਚ ਜੋ 2 ਹੈ ਪਹਿਲੇ ਵਾਲਾ ਉਹ ਜੋ ਹੈ ਕਾਮਨ ਹੈ ਯਾਨੀ ਕਿ ਸਾਂਝਾ ਹੈ, ਤੇ ਇੱਕ ਜੋ z ਹੈ ਉਹ ਜੋ ਹੈ ਕਾਮਨ ਹੈ ਯਾਨੀ ਕਿ ਸਾਂਝਾ ਹੈ। ਤਾਂ ਸਾਡਾ ਜੋ ਹੈ ਆਨਸਰ ਹੋਏਗਾ 2z। 2z ਜੋ ਹੈ ਉਹ ਸਾਂਝਾ ਗੁਣਨਖੰਡ ਹੈ 4YZ ਅਤੇ 14Z ਦਾ। 2z ਇਜ਼ ਦਾ ਰਾਈਟ ਆਨਸਰ। ਹਾਂਜੀ, ਆਪਸ਼ਨ ਜੋ D ਹੈ ਸਾਡਾ 2Z ਇਹ ਜੋ ਹੈ ਸਾਡਾ ਕਰੈਕਟ ਆਨਸਰ ਹੈ। ਨੈਕਸਟ ਹੈ ਜੀ ਦਿੱਤੀ ਗਈ ਸਾਰਣੀ ਨੂੰ ਦਰਸਾਉਣ ਲਈ ਹੇਠ ਲਿਖਿਆਂ ਵਿੱਚੋਂ ਕਿਸ ਗ੍ਰਾਫ ਦੀ ਵਰਤੋਂ ਕੀਤੀ ਜਾਵੇਗੀ। ਵਿਚ ਆਫ ਦਾ ਫੋਲੋਇੰਗ ਗ੍ਰਾਫਸ ਵਿਲ ਬੀ ਯੂਜ਼ਡ ਟੂ ਰਿਪਰੈਜ਼ੈਂਟ ਦਾ ਗਿਵਨ ਟੇਬਲ। ਹਾਂਜੀ, ਸਾਨੂੰ ਜੋ ਹੈ ਇੱਕ ਤਾਂ ਸਾਨੂੰ ਗਿਵਨ ਹੈ ਪੈਟਰੋਲ ਦੀ ਮਾਤਰਾ ਲੀਟਰ ਵਿੱਚ, ਅਮਾਊਂਟ ਆਫ ਪੈਟਰੋਲ ਇਨ ਲੀਟਰਸ। ਸੈਕਿੰਡ ਸਾਨੂੰ ਗਿਵਨ ਹੈ ਪੈਟਰੋਲ ਦਾ ਮੁੱਲ ਰੁਪੀਜ਼ ਵਿੱਚ, ਤਾਂ ਪ੍ਰਾਈਸ ਆਫ ਪੈਟਰੋਲ ਇਨ ਰੁਪੀਜ਼। 10 ਲੀਟਰ ਜੋ ਪੈਟਰੋਲ ਹੈ ਉਹਦੀ ਜੋ ਕੀਮਤ ਹੈ ਜੋ ਪ੍ਰਾਈਸ ਹੈ ਉਹ ਹੈ 500 ਰੁਪਏ। 15 ਲੀਟਰ ਜੋ ਪੈਟਰੋਲ ਹੈ ਉਹਦਾ ਜੋ ਪ੍ਰਾਈਸ ਹੈ ਉਹ ਹੈ 750। 20 ਲੀਟਰ ਜੋ ਪੈਟਰੋਲ ਹੈ ਉਹਦਾ ਜੋ ਪ੍ਰਾਈਸ ਹੈ ਉਹ ਹੈ 1000 ਰੁਪਏ। ਹਾਂਜੀ, ਇਹਨਾਂ ਨੇ ਸਾਨੂੰ ਪੁੱਛਿਆ ਹੈ ਕਿ ਵਿਚ ਆਫ ਦਾ ਫੋਲੋਇੰਗ ਗ੍ਰਾਫਸ ਵਿਲ ਬੀ ਯੂਜ਼ਡ ਟੂ ਰਿਪਰੈਜ਼ੈਂਟ ਦਾ ਗਿਵਨ ਟੇਬਲ। ਦੇਖੋ ਇਹਨਾਂ ਦੇ ਵਿੱਚ ਅਸੀਂ ਜੋ ਹੈ ਲੀਨੀਅਰ ਗ੍ਰਾਫ ਦਾ ਜੋ ਹੈ ਯੂਜ਼ ਕਰਾਂਗੇ, ਰੇਖੀ ਗ੍ਰਾਫ ਦਾ ਅਸੀਂ ਜੋ ਹੈ ਯੂਜ਼ ਕਰਾਂਗੇ। ਜੋ ਇਹ ਪਿਕਟੋਗ੍ਰਾਫ ਹੈ ਉਹਦੇ ਵਿੱਚ ਅਸੀਂ ਜੋ ਹੈ ਪਿਕਚਰਸ ਦਾ, ਠੀਕ ਹੈ, ਯੂਜ਼ ਕਰਦੇ ਹੁੰਦੇ ਹਾਂ। ਤੁਹਾਨੂੰ ਯਾਦ ਹੋਏਗਾ ਪਿਕਟੋਗ੍ਰਾਫ ਦੇ ਵਿੱਚ ਜੋ ਹੈ ਸਾਨੂੰ ਇਮੇਜਿਸ ਪਿਕਚਰਸ ਵਗੈਰਾ ਜੋ ਹੈ ਦਿਖਾਣੇ ਹੁੰਦੇ ਹੈ। ਜੋ ਪਾਈ ਚਾਰਟ ਹੈ ਉਹਦੇ ਵਿੱਚ ਸਾਨੂੰ ਜੋ ਹੈ ਸੈਂਟਰਲ ਐਂਗਲ ਜੋ ਹੈ ਕੈਲਕੂਲੇਟ ਕਰਨਾ ਹੁੰਦਾ ਹੈ। ਅਲੱਗ-ਅਲੱਗ ਜੋ ਸਾਨੂੰ ਮਤਲਬ ਜਿਵੇਂ ਜੋ ਚੀਜ਼ਾਂ ਗਿਵਨ ਹੁੰਦੀਆਂ ਹੈ ਉਹਨਾਂ ਦੇ ਐਂਗਲਸ ਸਾਨੂੰ ਜੋ ਹੈ ਕੈਲਕੂਲੇਟ ਕਰਨੇ ਹੁੰਦੇ ਹੈ। ਹਿਸਟੋਗ੍ਰਾਮ ਦੇ ਵਿੱਚ ਜੋ ਹੈ ਇੱਕ ਤਰ੍ਹਾਂ ਦਾ ਛੜਾਂ ਬਣਾਈਆਂ ਜਾਂਦੀਆਂ ਹੈ, ਰੈਕਟੈਂਗਲਸ ਬਣਾਏ ਜਾਂਦੇ ਹਨ ਜੋ ਕਿ ਆਪਸ ਦੇ ਵਿੱਚ ਕਨੈਕਟ ਹੁੰਦੇ ਹੈ। ਤੇ ਸਾਡਾ ਜੋ ਹੈ ਜੋ ਐਗਜ਼ੈਕਟਲੀ ਇੱਥੇ ਜੋ ਆਨਸਰ ਹੋਏਗਾ ਉਹ ਹੋਏਗਾ ਲੀਨੀਅਰ ਗ੍ਰਾਫ ਯਾਨੀ ਕਿ ਰੇਖੀ ਗ੍ਰਾਫ। ਵਿਚ ਆਫ ਦਾ ਫੋਲੋਇੰਗ ਗ੍ਰਾਫਸ ਵਿਲ ਬੀ ਯੂਜ਼ਡ ਟੂ ਰਿਪਰੈਜ਼ੈਂਟ ਦਾ ਗਿਵਨ ਟੇਬਲ। ਤਾਂ ਆਪਸ਼ਨ ਜੋ C ਹੈ, ਆਪਸ਼ਨ ਜੋ C ਹੈ, ਇੱਕ ਮਿੰਟ ਸਰ,
हाँ जी, रेखी ग्राफ लीनियर ग्राफ इज द राइट आंसर। रेखी ग्राफ लीनियर ग्राफ इज द राइट आंसर, ऑप्शन सी, लीनियर ग्राफ। ਨੈਕਸਟ ਕੁਐਸਚਨ ਹੈ ਜੀ, ਜੇ n ਡਿਵਾਈਡਡ ਬਾਈ 5 ਤੋਂ ਬਾਕੀ 2 ਪ੍ਰਾਪਤ ਹੁੰਦਾ ਹੈ ਤਾਂ ਸੰਖਿਆ n ਦੀ ਇਕਾਈ ਦਾ ਅੰਕ ਕੀ ਹੋਵੇਗਾ? n divided by 5 gives the remaining 2. What will be the unit number of the number n? ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਹੈ, ਸਾਨੂੰ ਜੋ ਹੈ ਨੰਬਰ n ਦਾ ਯੂਨਿਟ ਡਿਜਿਟ ਜੋ ਹੈ ਉਹ ਜੋ ਹੈ ਚੈੱਕ ਕਰਨਾ ਹੈ, ਨਾ ਕਿ ਨੰਬਰ n। ਇਸ ਕੁਐਸਚਨ ਨੂੰ ਪਹਿਲਾਂ ਸਮਝਾ ਦੇਣਾ ਹਾਂ ਵੀ ਇਸ ਕੁਐਸਚਨ ਦੇ ਵਿੱਚ ਕਿਹਾ ਕੀ ਹੈ ਇਹਨਾਂ ਨੇ। n ਡਿਵਾਈਡਡ ਬਾਈ 5 ਵੀ ਕੋਈ ਇੱਕ ਨੰਬਰ ਹੈ n, ਅਗਰ ਉਸਨੂੰ ਅਸੀਂ 5 ਦੇ ਨਾਲ ਡਿਵਾਈਡ ਕਰਦੇ ਹਾਂ ਸਾਨੂੰ ਰਿਮਾਈਂਡਰ 2 ਮਿਲਦਾ ਹੈ। what will be the unit number of the number n? ਸਾਨੂੰ ਉਸ ਨੰਬਰ n ਦਾ ਜੋ ਯੂਨਿਟ ਨੰਬਰ ਹੈ, ਯੂਨਿਟ ਡਿਜਿਟ ਹੈ, ਉਹ ਸਾਨੂੰ ਦੱਸਣਾ ਹੈ। ਸਭ ਤੋਂ ਪਹਿਲਾਂ ਅਸੀਂ ਇਹ ਸਮਝਦੇ ਹਾਂ ਵੀ ਅਗਰ ਕਿਸੇ ਨੰਬਰ ਨੂੰ ਅਸੀਂ 5 ਦੇ ਨਾਲ ਡਿਵਾਈਡ ਕਰ ਰਹੇ ਹਾਂ ਤੇ ਰਿਮਾਈਂਡਰ ਸਾਨੂੰ 2 ਮਿਲ ਰਿਹਾ ਹੈ ਤਾਂ ਫਿਰ ਉਹ ਨੰਬਰ ਕੀ ਹੋ ਸਕਦਾ ਹੈ? ਦੇਖੋ, ਅਗਰ ਮੈਂ ਸਭ ਤੋਂ ਪਹਿਲਾਂ ਸਟਾਰਟਿੰਗ ਕਰਾਂ 1 ਤੋਂ, ਅਗਰ 1 ਨੂੰ ਡਿਵਾਈਡ ਕਰਾਂ 5 ਦੇ ਨਾਲ ਤਾਂ ਨੀਚੇ ਰਿਮਾਈਂਡਰ ਜੋ ਹੈ 2 ਮਿਲੇਗਾ? ਨਹੀਂ। ਇੱਦਾਂ ਹੀ 5 ਤੱਕ ਯਾਨੀ ਕਿ 1 2 3 4 5 ਇਹ ਸਾਰੇ ਨੰਬਰਸ ਜੋ ਹੈ मतलब 4 तक तो 5 तो लैस हो गए यानी कि छोटे हो गए, 5 जो है 5 ਦੇ ਇਕੁਅਲ ਹੈ। ਇਹ ਸਾਰੇ ਨੰਬਰ ਤਾਂ 5 ਤੋਂ ਜਾਂ ਤਾਂ ਲੈਸ ਹੈ ਜਾਂ 5 ਦੇ ਇਕੁਅਲ ਹੈ। ਇਸ ਤੋਂ ਬਾਅਦ ਅਗਰ ਅਸੀਂ ਗੱਲ ਕਰੀਏ 6 ਦੀ, 6 ਨੂੰ ਅਗਰ ਮੈਂ 5 ਦੇ ਨਾਲ ਡਿਵਾਈਡ ਕਰਾਂ ਤਾਂ ਕੀ ਮੈਨੂੰ ਜੋ ਹੈ ਰਿਮਾਈਂਡਰ 2 ਮਿਲੇਗਾ? ਤਾਂ ਨਹੀਂ। 6 ਨੂੰ ਅਗਰ 5 ਨਾਲ ਡਿਵਾਈਡ ਕਰਦੇ ਹਾਂ ਤਾਂ ਰਿਮਾਈਂਡਰ ਜੋ ਹੈ ਸਾਨੂੰ 1 ਮਿਲਦਾ ਹੈ। ਹੁਣ ਅਗਰ ਮੈਂ ਨੰਬਰ 7 ਨੂੰ ਲਵਾਂ, ਠੀਕ ਹੈ, ਦੇਖਣਾ ਜ਼ਰਾ, ਅਗਰ ਮੈਂ n ਨੂੰ 7 ਲੈ ਲਾਂ, ਠੀਕ ਹੈ, ਔਰ 5 ਦੇ ਨਾਲ ਡਿਵਾਈਡ ਕਰਾਂ, 5 1 5 ਹੋ ਗਿਆ, ਸਬਟਰੈਕਸ਼ਨ ਤੋਂ ਬਾਅਦ 7 - 5 दैट इज इक्वल टू 2, यानी कि रिमाइंडर जो है सानू 2 मिल गया है, यानी कि 7 जो है n हो सकता है। पर सानू नंबर जो है यानी कि n जो है फाइंड आउट नहीं करना, सानू जो है यूनिट डिजिट जो है फाइंड आउट करना है। हुण 7 तो कल्ला ही इक्को ही डिजिट वाला नंबर है, तो इस च 7 ही वंस प्लेस वाला यानी कि यूनिट प्लेस वाला नंबर हो गया। ਹੁਣ ਇਸ ਤੋਂ ਬਾਅਦ ਅਗਰ ਅਸੀਂ ਗੱਲ ਕਰੀਏ ਤਾਂ ਹੋਰ ਕਿਹੜੇ-ਕਿਹੜੇ ਨੰਬਰ ਹੈ ਜਿਨ੍ਹਾਂ ਦੇ ਵਿੱਚ ਸਾਨੂੰ ਰਿਮਾਈਂਡਰ 2 ਮਿਲ ਸਕਦਾ ਹੈ। ਅਗਰ ਮੈਂ 7 ਤੋਂ ਬਾਅਦ 8 ਲਵਾਂ ਤਾਂ ਕੀ ਮੈਨੂੰ ਰਿਮਾਈਂਡਰ ਜੋ ਹੈ 2 ਮਿਲੇਗਾ? ਨਹੀਂ ਮਿਲੇਗਾ। ਇਸ ਤੋਂ ਬਾਅਦ ਕਿਹੜਾ ਨੰਬਰ ਹੈ ਜਿਸ 'ਚ ਮੈਨੂੰ ਰਿਮਾਈਂਡਰ ਜੋ ਹੈ 2 ਮਿਲੇਗਾ? ਤਾਂ ਉਹ ਹੈ 12, ਕਿਉਂਕਿ ਅਗਰ ਮੈਂ 12 ਨੂੰ ਜ਼ਰਾ ਧਿਆਨ ਨਾਲ ਦੇਖਣਾ 5 ਦੇ ਨਾਲ ਡਿਵਾਈਡ ਕਰਦਾ ਹਾਂ, 5 2 10 ਹੋ ਗਿਆ, ਠੀਕ ਹੈ, ਤੇ ਇਹ 12 ਦੇ ਵਿੱਚੋਂ ਅਗਰ 10 ਸਬਟਰੈਕਟ ਕਰਦੇ ਹਾਂ ਤਾਂ ਸਾਨੂੰ ਨੀਚੇ ਰਿਮਾਈਂਡਰ ਮਿਲੇਗਾ 2। ਇਹੀ ਸਾਡੀ ਕੰਡੀਸ਼ਨ ਹੈ ਨਾ ਵੀ ਸਾਨੂੰ ਜੋ ਰਿਮਾਈਂਡਰ ਹੈ ਇਹ ਤੁਸੀਂ ਦੇਖ ਸਕਦੇ ਹੋ ਉਹ ਸਾਨੂੰ 2 ਜੋ ਹੈ ਮਤਲਬ ਚਾਹੀਦਾ ਹੈ, ਬਣਾਉਣਾ ਹੈ ਸਾਨੂੰ 2, ਠੀਕ ਹੈ। ਇਟ ਮੀਨਸ ਕਿ ਇੱਕ ਤਾਂ 7 ਹੋ ਗਿਆ, ਅਗਲਾ ਜੋ ਨੰਬਰ ਹੈ ਜਿਸ ਨੂੰ 5 ਦੇ ਨਾਲ ਡਿਵਾਈਡ ਕਰਕੇ ਰਿਮਾਈਂਡਰ ਜੋ ਹੈ 2 ਮਿਲਦਾ ਹੈ ਉਹ ਹੈ 12 ਯਾਨੀ ਕਿ 12, ਠੀਕ ਹੈ। ਇੱਦਾਂ ਹੀ ਇਸ ਤੋਂ ਬਾਅਦ ਅਗਲਾ ਨੰਬਰ ਕਿਹੜਾ ਹੋਏਗਾ? ਉਹ ਹੋਏਗਾ 17। ਦੇਖੋ, ਅਗਰ ਮੈਂ 7 ਦੀ ਜਗ੍ਹਾ ਤੇ ਇੱਥੇ 17 ਲਿਖਦਾ ਹਾਂ ਤਾਂ 5 3 ਹੋ ਜਾਏਗਾ 15 ਤੇ 17 - 15 ਰਿਮਾਈਂਡਰ ਜੋ ਹੈ ਆਊਗਾ, ਠੀਕ ਹੈ, 2 ਯਾਨੀ ਕਿ 2। ਹਾਂਜੀ, ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ ਕਿ ਹੁਣ ਇਹਨਾਂ ਦੇ ਵਿੱਚ ਨਾ ਇੱਕ ਚੀਜ਼ ਨੋਟਿਸ ਕਰੋ, ਸਾਨੂੰ ਕਿਹੜੇ ਨੰਬਰਸ ਮਿਲ ਰਹੇ ਹੈ। ਸਭ ਤੋਂ ਪਹਿਲਾਂ ਸਾਨੂੰ ਮਿਲਿਆ ਸੀ 7, ਮੈਂ ਲਿਖ ਦਿੰਦਾ ਹਾਂ 7। ਉਸ ਤੋਂ ਬਾਅਦ ਸਾਨੂੰ ਨੰਬਰ ਮਿਲਿਆ 12, ਇਸ ਤੋਂ ਬਾਅਦ ਸਾਨੂੰ ਨੰਬਰ ਮਿਲਿਆ 17। ਅਗਲਾ ਨੰਬਰ ਤੁਸੀਂ ਅਗਰ ਦੇਖਣਾ ਚਾਹੁੰਦੇ ਹੋ ਤਾਂ ਦੇਖ ਸਕਦੇ ਹੋ, ਅਗਲਾ ਨੰਬਰ ਹੋਏਗਾ 22, ਕਿਉਂਕਿ ਅਗਰ 22 ਨੂੰ ਅਗਰ ਅਸੀਂ 5 ਦੇ ਨਾਲ ਡਿਵਾਈਡ ਕਰਦੇ ਹਾਂ 5 4 ਹੋ ਗਿਆ 20 ਤੇ ਨੀਚੇ ਰਿਮਾਈਂਡਰ ਆ ਗਿਆ 2, ਠੀਕ ਹੈ। ਰਿਮਾਈਂਡਰ ਜੋ ਹੈ ਸਾਨੂੰ 2 ਚਾਹੀਦਾ ਹੈ, ਅਗਲਾ ਨੰਬਰ ਹੋਏਗਾ 22। ਹੁਣ ਇਹਨਾਂ ਦੇ ਵਿੱਚ ਇੱਕ ਗੱਲ ਨੋਟਿਸ ਕਰਨ ਵਾਲੀ ਹੈ, ਸਾਨੂੰ ਇਹਨਾਂ ਨੰਬਰਸ ਦਾ ਜੋ ਯੂਨਿਟ ਪਲੇਸ ਦੇ ਉੱਪਰ ਜੋ ਨੰਬਰ ਹੈ ਵਨਸ ਪਲੇਸ ਦੇ ਉੱਪਰ ਉਹ ਸਾਨੂੰ ਨੋਟ ਡਾਊਨ ਕਰਨਾ ਹੈ। ਇੱਥੇ ਇਕੱਲਾ ਇਹ 7 ਹੈ ਤਾਂ 7 ਜੋ ਹੈ ਉਹ ਤਾਂ ਇੱਕੋ ਹੀ ਡਿਜਿਟ ਵਾਲਾ ਨੰਬਰ ਹੈ ਤਾਂ ਇੱਥੇ 7 ਹੀ ਹੋ ਗਿਆ। ਅਗਲਾ ਜੋ ਨੰਬਰ ਹੈ ਉਹ ਹੈ 12 ਤਾਂ ਸਾਨੂੰ ਵਨਸ ਪਲੇਸ ਵਾਲਾ ਜੋ ਨੰਬਰ ਹੈ ਉਹ ਦੇਖਣਾ ਹੈ, ਤਾਂ ਵਨਸ ਪਲੇਸ ਦੇ ਉੱਪਰ ਕੀ ਆ ਰਿਹਾ ਹੈ? 2 ਆ ਰਿਹਾ ਹੈ, ਠੀਕ ਹੈ। ਅਗਲਾ ਨੰਬਰ ਹੈ 17 ਦੇ ਵਨਸ ਪਲੇਸ ਦੇ ਉੱਪਰ ਕੀ ਆ ਰਿਹਾ ਹੈ? 7 ਆ ਰਿਹਾ ਹੈ। ਹਾਂਜੀ, ਅਗਲਾ ਨੰਬਰ ਕੀ ਹੈ? 22 ਹੈ। 22 ਦੇ ਵਨਸ ਪਲੇਸ ਦੇ ਉੱਪਰ ਕਿਹੜਾ ਨੰਬਰ ਆ ਰਿਹਾ ਹੈ? 2 ਆ ਰਿਹਾ ਹੈ।
ਹਾਂਜੀ, ਹੁਣ ਇੱਥੇ ਇੱਕ ਗੱਲ ਨੋਟਿਸ ਕਰੋ ਵੀ ਇੱਦਾਂ ਦੇ ਕਿਹੜੇ ਨੰਬਰ ਹੈ ਜਿਨ੍ਹਾਂ ਨੂੰ ਅਸੀਂ 5 ਦੇ ਨਾਲ ਡਿਵਾਈਡ ਕਰੀਏ ਤਾਂ ਸਾਨੂੰ ਰਿਮਾਈਂਡਰ ਜੋ ਹੈ 2 ਮਿਲਦਾ ਹੈ। 7 ਹੈ, 12 ਹੈ, 17 ਹੈ, 22 ਹੈ, ਅੱਗੇ ਵੀ ਹੋਣਗੇ। 22 ਦੇ ਵਿੱਚ ਅਗਰ ਅਸੀਂ 5 ਐਡ ਕਰ ਦਈਏ 27 ਮਿਲੇਗਾ। 27 ਨੂੰ ਅਗਰ ਅਸੀਂ 5 ਦੇ ਨਾਲ ਡਿਵਾਈਡ ਕਰਦੇ ਹਾਂ ਤਾਂ 5 5 ਸਾ 25 ਹੋ ਗਿਆ, ਰਿਮਾਈਂਡਰ ਜੋ ਹੈ ਨੀਚੇ 2 ਆ ਗਿਆ। ਤਾਂ 27 ਦਾ ਵੀ ਅਗਰ ਤੁਸੀਂ ਦੇਖੋਗੇ, ਮੈਂ ਇੱਥੇ ਲਿਖ ਦੇਣਾ 27 ਦਾ ਜੋ ਵਨਸ ਪਲੇਸ ਵਾਲਾ ਜੋ ਨੰਬਰ ਹੈ ਤੁਸੀਂ ਦੇਖ ਸਕਦੇ ਹੋ ਉਸ 'ਚ 7 ਆ ਰਿਹਾ ਹੈ। ਤਾਂ ਇੱਥੇ ਇੱਕ ਗੱਲ ਨੋਟਿਸ ਕਰਨ ਵਾਲੀ ਹੈ, ਸਾਨੂੰ ਉਹਨਾਂ ਨੇ ਕਿਹਾ ਸੀ ਵੀ ਕੋਈ ਨੰਬਰ n ਹੈ, ਠੀਕ ਹੈ, ਕੋਈ ਨੰਬਰ n ਹੈ, ਅਗਰ ਉਸ ਨੂੰ 5 ਦੇ ਨਾਲ ਡਿਵਾਈਡ ਕਰਦੇ ਹਾਂ ਰਿਮਾਈਂਡਰ ਸਾਨੂੰ 2 ਮਿਲਦਾ ਹੈ, ਠੀਕ ਹੈ। ਤੇ ਸਾਨੂੰ ਉਸ ਨੰਬਰ n ਦਾ ਵਨਸ ਪਲੇਸ ਵਾਲਾ ਜੋ ਡਿਜਿਟ ਹੈ ਉਹਦਾ ਮਤਲਬ ਵਨਸ ਪਲੇਸ ਵਾਲਾ ਡਿਜਿਟ ਜੋ ਹੈ ਸਾਨੂੰ ਦੱਸਣਾ ਹੈ। ਤਾਂ ਇੱਥੇ ਅਸੀਂ ਦੇਖ ਲਿਆ ਹੈ ਵੀ 7, 12, 17, 22, 27 ਇਹਨਾਂ ਨੂੰ 5 ਦੇ ਨਾਲ ਡਿਵਾਈਡ ਕਰਕੇ ਰਿਮਾਈਂਡਰ ਜੋ ਹੈ 2 ਆ ਰਿਹਾ ਹੈ। ਤੇ ਇਹਨਾਂ ਦਾ ਜੋ ਵਨਸ ਪਲੇਸ ਵਾਲਾ ਜੋ ਡਿਜਿਟ ਹੈ ਉਹ ਜਾਂ ਤਾਂ ਉਹ 7 ਹੈ ਜਾਂ ਉਹ 2 ਹੈ। ਤਾਂ ਸਾਡਾ ਜੋ ਹੈ ਇੱਦਾਂ ਦਾ ਜੋ ਆਪਸ਼ਨ ਹੋਏਗਾ ਜਿਹਦੇ ਵਿੱਚ ਸਾਨੂੰ 2 ਜਾਂ 7 ਯਾਨੀ ਕਿ 2 ਔਰ 7 ਜੋ ਆਪਸ਼ਨ ਦੇ ਵਿੱਚ ਗਿਵਨ ਹੋਏਗਾ ਉਹ ਸਾਡਾ ਐਗਜ਼ੈਕਟ ਆਨਸਰ ਹੋਏਗਾ। ਇੱਥੇ ਤੁਸੀਂ ਦੇਖ ਸਕਦੇ ਹੋ 7, 12, 17, 22, 27 ਇਹਨਾਂ ਸਭ ਨੂੰ ਨੋਟਿਸ ਕਰਕੇ ਅਸੀਂ ਇੱਕ ਗੱਲ ਸਮਝ ਜਾਂਦੇ ਹਾਂ ਕਿ ਇਹਨਾਂ ਦੇ ਵਿੱਚ ਜੋ ਵਨਸ ਪਲੇਸ ਵਾਲਾ ਜੋ ਨੰਬਰ ਹੈ ਜਾਂ ਜੋ ਡਿਜਿਟ ਹੈ ਉਹ ਜਾਂ ਤਾਂ 2 ਹੈ ਜਾਂ 7 ਹੈ। ਤੇ ਸਾਨੂੰ ਇਹੀ ਫਾਈਂਡ ਆਊਟ ਕਰਨਾ ਸੀ ਵੀ ਜੋ n ਹੈ, ਠੀਕ ਹੈ, ਜਿਸ ਨੂੰ ਕਿ 5 ਦੇ ਨਾਲ ਡਿਵਾਈਡ ਕਰਕੇ ਰਿਮਾਈਂਡਰ ਜੋ ਹੈ 2 ਆਉਂਦਾ ਹੈ, ਉਸ n ਦਾ ਵਨਸ ਪਲੇਸ ਵਾਲਾ ਡਿਜਿਟ ਕੀ ਹੈ। ਤਾਂ ਵਨਸ ਪਲੇਸ ਵਾਲਾ ਡਿਜਿਟ ਜਾਂ ਤਾਂ 2 ਹੈ ਜਾਂ 7 ਹੈ। ਹਾਂਜੀ, ਇੱਥੇ ਤੁਸੀਂ ਦੇਖ ਸਕਦੇ ਹੋ ਜੋ ਆਪਸ਼ਨ C ਹੈ 2 ਜਾਂ 7, ਠੀਕ ਹੈ, ਇਹ ਸਾਡਾ ਜੋ ਹੈ ਕਰੈਕਟ ਆਨਸਰ ਹੈ। ਆਪਸ਼ਨ C 2 ਜਾਂ 7, ਠੀਕ ਹੈ, 2 ਜਾਂ 7 ਇਹ ਜੋ ਹੈ ਸਾਡਾ ਕਰੈਕਟ ਆਨਸਰ ਹੈ। ਹਾਂਜੀ, ਇਸ ਤੋਂ ਬਾਅਦ ਕੀ ਹੈ, ਕੁਐਸਚਨ ਨੰਬਰ 2 ਹੈ ਦਿੱਤੇ ਪ੍ਰਸ਼ਨ ਲਈ ਸਹੀ ਗਲਤ ਉੱਤਰ ਚੁਣੋ। ਹਰੇਕ ਪ੍ਰਸ਼ਨ ਦਾ 1 ਅੰਕ ਹੈ। ਚੂਜ਼ ਦਾ ਟਰੂ ਫਾਲਸ ਆਨਸਰ ਟੂ ਦਾ ਗਿਵਨ ਕੁਐਸਚਨ। ਈਚ ਕੁਐਸਚਨ ਹੈਜ਼ 1 ਮਾਰਕ। ਪਹਿਲਾ ਜੋ ਪਾਰਟ ਹੈ ਉਹਦੇ ਵਿੱਚ ਹੈ ਜੀ ਵਰਗ ਦੇ ਵਿਕਰਨ ਬਰਾਬਰ ਹੁੰਦੇ ਹਨ। ਦਾ ਡਾਇਗਨਲਸ ਆਫ ਦਾ ਸਕੁਏਅਰਸ ਆਰ ਇਕੁਅਲ। ਇਹ ਸਹੀ ਹੈ ਜੀ, ਇਹ ਟਰੂ ਹੈ। ਹਾਂਜੀ, ਦਾ ਡਾਇਗਨਲਸ ਆਫ ਦਾ ਸਕੁਏਅਰਸ ਆਰ ਇਕੁਅਲ, ਵੀ ਜੋ ਸਕੁਏਅਰ ਹੁੰਦਾ ਹੈ ਉਹਦੇ ਡਾਇਗਨਲਸ ਇਕੁਅਲ ਹੁੰਦੇ ਹੈ, ਇਹ ਸਹੀ ਹੈ, ਟਰੂ ਹੈ। ਹਾਂਜੀ, ਸੈਕਿੰਡ ਹੈ ਜੀ ਕਿਸੇ ਵਰਗ ਦੀ ਇੱਕ ਭੁਜਾ ਪਤਾ ਹੈ ਤਾਂ ਇਸ ਦੀ ਰਚਨਾ ਕੀਤੀ ਜਾ ਸਕਦੀ ਹੈ। ਇਹ ਵੀ ਸਹੀ ਹੈ, ਟਰੂ ਹੈ। ਇਫ ਵਨ ਸਾਈਡ ਆਫ ਅ ਸਕੁਏਅਰ ਇਜ਼ ਨੋਨ ਦੈਨ ਇਟਸ ਕੰਸਟਰਕਸ਼ਨ ਇਜ਼ ਪੋਸੀਬਲ। ਕਿਉਂਕਿ ਸਕੁਏਅਰ ਦੇ ਵਿੱਚ ਕੀ ਹੁੰਦਾ ਹੈ ਕਿ ਚਾਰੋਂ ਭੁਜਾਵਾਂ ਜੋ ਹੈ ਉਹ ਬਰਾਬਰ ਹੁੰਦੀਆਂ ਨੇ, ਜੋ 4 ਸਾਈਡਸ ਹੁੰਦੀਆਂ ਨੇ ਉਹ ਇਕੁਅਲ ਹੁੰਦੀਆਂ ਨੇ। ਅਗਰ ਸਾਨੂੰ ਇੱਕ ਸਾਈਡ ਜੋ ਹੈ ਪਤਾ ਹੈ ਤਾਂ ਫਿਰ ਅਸੀਂ ਬਾਕੀ ਦੀ ਜੋ 3 ਸਾਈਡਸ ਹੈ ਉਹ ਅਸੀਂ ਆਪਣੇ ਆਪ ਜੋ ਹੈ ਕੰਸਟਰਕਟ ਕਰ ਸਕਦੇ ਹਾਂ। ਦੇਖੋ ਇੱਦਾਂ ਅਸੀਂ ਮੰਨ ਲੈਂਦੇ ਹਾਂ ਵੀ ਸਾਨੂੰ ਜੋ ਹੈ ਏ ਬੀ ਜੋ ਹੈ ਗਿਵਨ ਹੈ ਸਾਨੂੰ, ਔਰ ਏ ਬੀ ਜੋ ਹੈ ਮੰਨ ਲੈਂਦੇ ਹਾਂ ਅਸੀਂ ਕਿ ਵੀ ਉਹ ਜੋ ਹੈ 5 ਸੈਂਟੀਮੀਟਰ ਸਾਨੂੰ ਜੋ ਹੈ ਗਿਵਨ ਹੈ। ਤੇ ਇਸ ਤੇ ਪੁਆਇੰਟ ਏ ਤੇ ਅਸੀਂ ਜੋ ਹੈ 90 ਡਿਗਰੀ ਯਾਨੀ ਕਿ 90 ਡਿਗਰੀ ਦਾ ਜੋ ਹੈ ਐਂਗਲ ਜੋ ਹੈ ਬਣਾਵਾਂਗੇ। ਇੱਦਾਂ ਹੀ ਅਸੀਂ ਪੁਆਇੰਟ ਬੀ ਤੇ ਜੋ ਹੈ ਇਹ 90 ਡਿਗਰੀ ਦਾ ਜੋ ਹੈ ਐਂਗਲ ਬਣਾਵਾਂਗੇ। ਫਿਰ ਅਸੀਂ ਕੀ ਕਰਾਂਗੇ ਵੀ ਜੋ ਏ ਬੀ 5 ਸੈਂਟੀਮੀਟਰ ਸਾਨੂੰ ਗਿਵਨ ਹੈ, ਪੁਆਇੰਟ ਏ ਤੇ ਰੱਖ ਕੇ ਅਸੀਂ ਜੋ ਹੈ ਇੱਥੇ ਇੱਕ 5 ਸੈਂਟੀਮੀਟਰ ਦੀ ਆਰਕ ਲਗਾਵਾਂਗੇ। ਫਿਰ ਇੱਦਾਂ ਹੀ ਪੁਆਇੰਟ ਬੀ ਤੇ ਅਸੀਂ ਜੋ ਹੈ ਰੱਖ ਕੇ ਇੱਕ ਇੱਦਾਂ ਜੋ ਹੈ 5 ਸੈਂਟੀਮੀਟਰ ਦੀ ਆਰਕ ਲਗਾਵਾਂਗੇ ਤੇ ਇੱਦਾਂ ਜੋ ਹੈ ਇਸ ਨੂੰ ਜੋ ਹੈ ਅਸੀਂ ਮਿਲਾ ਦਾਂਗੇ। ਤਾਂ ਅਗਰ ਸਾਨੂੰ ਇੱਕ ਜੋ ਹੈ ਸਾਈਡ ਅਗਰ ਨੋਨ ਹੈ ਯਾਨੀ ਕਿ ਪਤਾ ਹੈ, ਠੀਕ ਹੈ, ਸਕੁਏਅਰ ਦੀ, ਤਾਂ ਅਸੀਂ ਜੋ ਹੈ ਉਸ ਸਕੁਏਅਰ ਨੂੰ ਜੋ ਹੈ ਕੰਸਟਰਕਟ ਕਰ ਸਕਦੇ ਹਾਂ, ਉਸ ਦੀ ਕੰਸਟਰਕਸ਼ਨ ਜੋ ਹੈ ਕਰ ਸਕਦੇ ਹਾਂ। ਕਿਸੇ ਵਰਗ ਦੀ ਇੱਕ ਭੁਜਾ ਪਤਾ ਹੈ ਤਾਂ ਇਸ ਦੀ ਰਚਨਾ ਕੀਤੀ ਜਾ ਸਕਦੀ ਹੈ। ਇਹ ਟਰੂ ਹੈ, ਇਹ ਸਹੀ ਹੈ। ਹਾਂਜੀ, ਅਗਲਾ ਹੈ ਜੀ ਆਇਤ ਚਿੱਤਰ ਨੂੰ ਛੜ ਗ੍ਰਾਫ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਦਾ ਹਿਸਟੋਗ੍ਰਾਮ ਇਜ਼ ਆਲਸੋ ਨੋਨ ਐਜ਼ ਦਾ ਬਾਰ ਗ੍ਰਾਫ। ਨਹੀਂ, ਇਹ ਜੋ ਹੈ ਸਹੀ ਨਹੀਂ ਹੈ, ਇਹ ਫੋਲਸ ਹੈ। ਕਿਉਂਕਿ ਦੇਖੋ ਜੋ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ, ਜੋ ਬਾਰ ਗ੍ਰਾਫ ਹੁੰਦਾ ਹੈ, ਬਾਰ ਗ੍ਰਾਫ ਦੇ ਵਿੱਚ ਕੀ ਹੁੰਦਾ ਹੈ, ਜਿਵੇਂ ਇਹ ਜੋ ਹੈ ਇੱਕ ਜੋ ਹੈ ਬਾਰ ਹੈ, ਠੀਕ ਹੈ, ਤੇ ਇਸ ਤੋਂ ਥੋੜ੍ਹਾ ਜਿਹਾ ਅੱਗੇ ਜੋ ਹੈ ਇੱਕ ਬਾਰ ਹੁੰਦੀ ਹੈ, ਫਿਰ ਇੱਦਾਂ ਜੋ ਹੈ ਇੱਕ ਹੋਰ ਜੋ ਹੈ ਬਾਰ ਹੁੰਦੀ ਹੈ, ਠੀਕ ਹੈ। ਤੇ ਜੋ ਹਿਸਟੋਗ੍ਰਾਮ ਹੈ ਉਹਦੇ ਵਿੱਚ ਕੀ ਹੁੰਦਾ ਹੈ ਵੀ ਜਿਵੇਂ ਇਹ ਮੰਨ ਲਓ ਵੀ ਇੱਕ ਜੋ ਹੈ ਮਤਲਬ ਰੈਕਟੈਂਗਲ ਜਾਂ ਬਾਰ ਸਾਨੂੰ ਗਿਵਨ ਹੈ, ਜੋ ਅਗਲੀ ਵਾਲੀ ਬਾਰ ਜਾਂ ਰੈਕਟੈਂਗਲ ਹੈ ਉਹ ਬਿਲਕੁਲ ਨਾਲ ਇਹਦੇ ਜੋ ਹੈ ਜੁੜਿਆ ਹੁੰਦਾ ਹੈ, ਠੀਕ ਹੈ, ਇਹ ਇੱਦਾਂ ਜੋ ਹੈ ਜੁੜਿਆ ਹੁੰਦਾ ਹੈ।
ये इस तरह हो गया, ठीक है। तो हिस्टोग्राम और बार ग्राफ ये दोवें जो है अलग अलग चीज़ां ने, ये दोवें सेम नहीं ने। जो बार ग्राफ है ਉਹਦੇ ਵਿੱਚ ਥੋੜਾ ਜਿਹਾ ਇੰਟਰਵਲ ਦਾ ਜੋ ਹੈ ਗੈਪ ਹੁੰਦਾ ਹੈ, 1 ਯੂਨਿਟ ਦਾ ਜੋ ਹੈ ਗੈਪ ਹੁੰਦਾ ਹੈ ਬਾਰ ਗ੍ਰਾਫ ਦੇ ਵਿੱਚ। ਪਰ ਹਿਸਟੋਗ੍ਰਾਮ ਦੇ ਵਿੱਚ ਜੋ ਇਹ ਰੈਕਟੈਂਗਲਸ ਹੁੰਦੇ ਨੇ ਜਾਂ ਜੋ ਬਾਰਸ ਹੁੰਦੀਆਂ ਨੇ ਇਹ ਆਪਸ ਦੇ ਵਿੱਚ ਜੁੜੀਆਂ ਹੁੰਦੀਆਂ ਨੇ। ਤਾਂ ਹਿਸਟੋਗ੍ਰਾਮ ਔਰ ਬਾਰ ਗ੍ਰਾਫ ਜੋ ਹੈ ਇਹ ਡਿਫਰੈਂਟ ਹੁੰਦੇ ਹੈ। ਤਾਂ ਇੱਥੇ ਇਹਨਾਂ ਨੇ ਲਿਖਿਆ ਹੋਇਆ ਹੈ ਵੀ ਦਾ ਹਿਸਟੋਗ੍ਰਾਮ ਇਜ਼ ਆਲਸੋ ਨੋਨ ਐਜ਼ ਦਾ ਬਾਰ ਗ੍ਰਾਫ। ये जो है फॉल्स है, ये गलत है। नेक्स्ट है बहुपद 7x² माइनस x प्लस 5 विच x का गुणांक 1 है। द कोफिशिएंट ऑफ x इन पोलिनोमियल 7x² माइनस x प्लस 1 इज 1। ये जो है रोंग है। द रीजन की है देखो, इन्होंने क्या है द कोफिशिएंट ऑफ x। ਪਹਿਲਾਂ ਅਸੀਂ ਇਹ ਸਮਝ ਲੈਂਦੇ ਹਾਂ ਵੀ ਕੋਫੀਸ਼ੀਐਂਟ ਹੁੰਦਾ ਕੀ ਹੈ। ਦੇਖੋ ਜਿਵੇਂ x² ਦੇ ਅੱਗੇ ਇੱਥੇ 7 ਹੈ, ਠੀਕ ਹੈ। ਇਹ ਜੋ 7 ਹੈ ਇਹ x² ਦਾ ਕੋਫੀਸ਼ੀਐਂਟ ਹੈ। ਇਹਨਾਂ ਨੇ ਸਾਨੂੰ x ਦਾ ਕੋਫੀਸ਼ੀਐਂਟ ਕਿਹਾ ਹੈ ਵੀ x ਦਾ ਜੋ ਕੋਫੀਸ਼ੀਐਂਟ ਹੈ ਉਹ 1 ਹੈ, ਤੇ 1 ਵੀ ਇਹਨਾਂ ਨੇ ਕੀ ਕਿਹਾ ਹੈ +1 ਹੈ। 1 ਦੇ ਅੱਗੇ ਕੋਈ ਸਾਈਨ ਨਹੀਂ ਹੈ, ਇਟ ਮੀਨਸ ਕਿ ਉਹ +1 ਹੈ, ਯਾਨੀ ਕਿ ਮਤਲਬ ਪਲੱਸ ਵਾਲਾ ਹੈ, ਪੋਜ਼ਿਟਿਵ 1 ਹੈ। ਪਰ ਇੱਥੇ ਅਗਰ ਅਸੀਂ ਦੇਖਦੇ ਹਾਂ ਇਹ ਜੋ x ਹੈ ਇਹਦੇ ਅੱਗੇ ਮਾਈਨਸ ਲੱਗਿਆ ਹੋਇਆ ਹੈ, ਤੇ ਇੱਥੇ 1 ਵੈਸੇ ਮੈਂਸ਼ਨ ਨਹੀਂ ਹੁੰਦਾ ਹੈ, ਪਰ ਇੱਥੇ 1 ਹਮੇਸ਼ਾ ਜੋ ਹੈ ਪ੍ਰੈਜ਼ੈਂਟ ਹੁੰਦਾ ਹੈ, ਕਿਉਂਕਿ ਅਗਰ ਇਹ 0 ਹੁੰਦਾ ਇੱਥੇ ਤਾਂ ਫਿਰ x ਨੇ ਜੋ ਹੈ ਖਤਮ ਹੋ ਜਾਣਾ ਸੀ, ਫਿਰ ਉਹ ਤਾਂ 0 ਹੋ ਜਾਣਾ ਸੀ। ਤਾਂ ਇੱਥੇ ਜੋ ਹੈ 1 ਪ੍ਰੈਜ਼ੈਂਟ ਹੋਏਗਾ x ਦੇ ਅੱਗੇ, ਠੀਕ ਹੈ। ਤੇ ਮਾਈਨਸ ਦਾ ਸਾਈਨ ਵੀ ਹੈ ਨਾਲ। ਹੁਣ ਸਾਨੂੰ ਉਹਨਾਂ ਨੇ ਕਿਹਾ ਹੈ ਦ ਕੋਫੀਸ਼ੀਐਂਟ ਆਫ x ਇਨ ਪੋਲੀਨੋਮੀਅਲ 7x² ਮਾਈਨਸ x ਪਲਸ 5 ਇਜ਼ ਪੋਜ਼ਿਟਿਵ 1। ਉਹਨਾਂ ਨੇ ਪਲੱਸ ਦਾ 1 ਕਿਹਾ ਹੈ, ਜਦਕਿ x ਦੇ ਅੱਗੇ ਮਾਈਨਸ ਦਾ 1 ਹੈ। जो x ਦੇ ਅੱਗੇ ਨਿਊਮੈਰੀਕਲ ਵੈਲਿਊ ਹੁੰਦੀ ਹੈ ਵਿਦ ਸਾਈਨ, ਉਹ ਜੋ ਹੈ ਮਤਲਬ x ਦਾ ਕੋਫੀਸ਼ੀਐਂਟ ਹੋਏਗੀ। ਤਾਂ ਇੱਥੇ x ਦੇ ਅੱਗੇ ਜੋ ਨਿਊਮੈਰੀਕਲ ਵੈਲਿਊ ਹੈ ਉਹ ਹੈ -1। ਤਾਂ ਇਹਨਾਂ ਨੇ ਸਾਨੂੰ ਜੋ ਹੈ ਕਿਹਾ ਹੈ ਵੀ x ਦਾ ਕੋਫੀਸ਼ੀਐਂਟ ਉਹ ਜੋ ਹੈ +1 ਹੈ। ਤਾਂ ਇਹ ਜੋ ਹੈ ਰੋਂਗ ਹੈ, x ਦਾ ਕੋਫੀਸ਼ੀਐਂਟ -1 ਹੈ। ਇਹ ਜੋ ਹੈ ਤੁਹਾਡਾ ਫੋਲਸ ਹੈ, ਠੀਕ ਹੈ। ਇਹ ਟਰੂ ਜੋ ਹੈ ਨਹੀਂ ਹੈ, ਠੀਕ ਹੈ, ਫੋਲਸ ਹੈ। ਨੈਕਸਟ ਹੈ ਜੇਕਰ ਕਣ ਦੀ ਭੁਜਾ ਦੀ ਲੰਬਾਈ 1 ਸੈਂਟੀਮੀਟਰ ਹੋਵੇ ਤਾਂ ਇਸ ਦੀ ਕੁੱਲ ਸਤ੍ਹਾ ਦਾ ਖੇਤਰਫਲ 1 ਸੈਂਟੀਮੀਟਰ ਸਕੁਅਰ ਹੋਵੇਗਾ। ਇਹ ਵੀ ਜੋ ਹੈ ਫੋਲਸ ਹੈ। ਇਹਦਾ ਰੀਜ਼ਨ ਕੀ ਹੈ? ਇਫ ਦਾ ਲੈਂਥ ਆਫ ਦਾ ਸਾਈਡ ਆਫ ਏ ਕਿਊਬ ਇਜ਼ 1 ਯੂਨਿਟ ਦੈਨ ਇਟਸ ਟੋਟਲ ਸਰਫੇਸ ਏਰੀਆ ਵਿਲ ਬੀ 1 ਸਕੁਅਰ ਯੂਨਿਟ। ਦੇਖੋ ਜੋ ਕਿਊਬ ਹੁੰਦਾ ਹੈ ਉਹਦਾ ਜੋ ਟੋਟਲ ਸਰਫੇਸ ਏਰੀਆ ਹੁੰਦਾ ਹੈ ਉਹਦਾ ਫਾਰਮੂਲਾ ਹੁੰਦਾ ਹੈ 6a ਸਕੁਅਰ। ਤੇ ਇੱਥੇ ਜੋ ਸਾਨੂੰ ਇੱਕ ਸਾਈਡ ਹੈ ਯਾਨੀ ਕਿ ਜੋ a ਹੈ, ਠੀਕ ਹੈ, ਸਮਾਲ a, ਉਹ ਸਾਨੂੰ ਜੋ ਹੈ ਗਿਵਨ ਹੈ 1 ਸੈਂਟੀਮੀਟਰ। ਹੁਣ ਅਗਰ ਮੈਂ ਇੱਥੇ a ਦੀ ਜਗ੍ਹਾ ਤੇ 1 ਸੈਂਟੀਮੀਟਰ ਰੱਖਾਂਗਾ ਤੇ ਉਹਦਾ ਸਕੁਅਰ ਕਰਦਾ ਹਾਂ 1 ਦਾ ਸਕੁਅਰ, ਠੀਕ ਹੈ, ਤਾਂ ਇਹ ਸਾਨੂੰ ਜੋ ਹੈ ਮਿਲੇਗਾ 6 ਸੈਂਟੀਮੀਟਰ ਸਕੁਅਰ। ਇਹਨਾਂ ਨੇ ਸਾਨੂੰ ਦੇ ਰੱਖਿਆ ਵੀ ਟੋਟਲ ਸਰਫੇਸ ਏਰੀਆ ਵਿਲ ਬੀ 1 ਸਕੁਅਰ ਯੂਨਿਟ। ਤਾਂ ਸਾਡਾ ਤਾਂ ਆਨਸਰ ਆ ਰਿਹਾ ਹੈ 6 ਸੈਂਟੀਮੀਟਰ ਸਕੁਅਰ, ਠੀਕ ਹੈ। ਇਹ ਕਹਿ ਰਹੇ ਹੈ 1 ਜੋ ਇਸ ਦੀ ਕੁੱਲ ਸਤਹ ਦਾ ਖੇਤਰਫਲ ਹੋਏਗਾ ਉਹ 1 ਸੈਂਟੀਮੀਟਰ ਸਕੁਅਰ ਹੋਵੇਗਾ। ਸਾਡਾ ਆਨਸਰ ਆ ਰਿਹਾ ਹੈ ਇੱਥੇ 6 ਸੈਂਟੀਮੀਟਰ ਸਕੁਅਰ। ਤਾਂ ਇਹ ਜੋ ਹੈ ਰੋਂਗ ਹੈ, ਇਹ ਜੋ ਹੈ ਫੋਲਸ ਹੈ। ਨੈਕਸਟ ਹੈ ਜੀ ਦ ਪੋਪੂਲੇਸ਼ਨ ਆਫ ਏ ਕੰਟਰੀ ਐਂਡ ਦ ਏਰੀਆ ਆਫ ਲੈਂਡ ਪਰ ਪਰਸਨ, ਦਿਸ ਇਜ਼ ਐਨ ਐਗਜ਼ਾਮਪਲ ਆਫ ਏ ਡਾਇਰੈਕਟ ਪ੍ਰਪੋਰਸ਼ਨ। ਇਹ ਵੀ ਜੋ ਹੈ ਫੋਲਸ ਹੈ। ਇਹਦਾ ਰੀਜ਼ਨ ਕੀ ਹੈ? ਦੇਖੋ ਇਸ ਨੂੰ ਜੋ ਹੈ ਅਸੀਂ ਸਮਝ ਲੈਂਦੇ ਹਾਂ। ਜਿਵੇਂ ਐਜ਼ਿਊਮ ਕਰਦੇ ਹਾਂ ਵੀ ਇਹ ਜੋ ਹੈ ਅਰਥ ਹੈ, ਠੀਕ ਹੈ। ਇਹਨਾਂ ਨੇ ਸਾਨੂੰ ਕਿਹਾ ਹੈ ਦ ਪੋਪੂਲੇਸ਼ਨ ਆਫ ਏ ਕੰਟਰੀ ਐਂਡ ਦ ਏਰੀਆ ਆਫ ਲੈਂਡ ਪਰ ਪਰਸਨ। ਹੁਣ ਇੱਥੇ ਅਸੀਂ ਇੱਕ ਵੈਸੇ ਹੀ ਜੋ ਹੈ ਐਗਜ਼ਾਮਪਲ ਲੈ ਕੇ ਸਮਝਦੇ ਹਾਂ ਵੀ ਜਿਵੇਂ ਇਹ ਜੋ ਹੈ ਇੱਕ ਲੈਂਡ ਮਤਲਬ ਏਰੀਆ ਆਫ ਲੈਂਡ ਹੈ, ਠੀਕ ਹੈ। ਜਿਹੜਾ ਗੋਲ ਚੱਕਰ ਜਿਹਾ ਮੈਂ ਬਣਾਇਆ ਹੈ, ਇੱਕ ਸਰਕਲ ਬਣਾਇਆ ਹੈ, ਇਹ ਜੋ ਹੈ ਏਰੀਆ ਆਫ ਲੈਂਡ ਹੈ। ਤੇ ਪਹਿਲਾਂ ਅਸੀਂ ਐਜ਼ਿਊਮ ਕਰ ਲੈਂਦੇ ਹਾਂ ਵੀ ਇੱਧਰ ਜੋ ਹੈ ਇੱਕ ਬੰਦਾ ਰਹਿੰਦਾ ਸੀ ਤੇ ਇੱਧਰ ਵੀ ਜੋ ਹੈ ਇੱਕ ਬੰਦਾ ਰਹਿੰਦਾ ਸੀ, ਠੀਕ ਹੈ। ਪਹਿਲਾਂ ਪੋਪੂਲੇਸ਼ਨ ਜੋ ਹੈ ਉਹ 2 ਸੀ, ਠੀਕ ਹੈ। ਤਾਂ ਇਸ ਟਾਈਮ ਜੋ ਸਪੇਸ ਮਿਲ ਰਹੀ ਹੈ ਦੋਵਾਂ ਨੂੰ, ਉਹ ਤੁਸੀਂ ਦੇਖ ਰਹੇ ਹੋ ਵੀ ਜੋ ਅੱਧਾ ਗੋਲਾ ਜੋ ਹੈ ਇੱਕ ਬੰਦੇ ਕੋਲ ਹੈ, ਅੱਧਾ ਗੋਲਾ ਜੋ ਹੈ ਉਹ ਦੂਜੇ ਬੰਦੇ ਕੋਲ ਹੈ। ਹੁਣ ਅਸੀਂ ਇਸ ਪੋਪੂਲੇਸ਼ਨ ਨੂੰ ਜੋ ਹੈ ਵਧਾ ਕੇ ਜੋ ਹੈ ਮੈਂ ਇੱਕ ਤੋਂ ਜੋ ਹੈ ਹੁਣ ਮਤਲਬ ਦੋਵੇਂ ਪਾਸੇ ਜੋ ਹੈ ਇੱਕ ਹੋਰ ਜੋ ਹੈ ਐਡ ਕਰਤਾ, ਠੀਕ ਹੈ। ਹੁਣ ਅਸੀਂ ਪੋਪੂਲੇਸ਼ਨ ਜੋ ਹੈ ਵਧਾ ਦਿੱਤੀ ਹੈ। ਤਾਂ ਹੁਣ ਤੁਸੀਂ ਦੇਖ ਰਹੇ ਹੋ ਵੀ ਅੱਧਾ ਗੋਲਾ ਜੋ ਹੈ ਉਹ 2 ਬੰਦਿਆਂ 'ਚ ਸ਼ੇਅਰ ਹੋ ਰਿਹਾ ਹੈ ਤੇ ਬਾਕੀ ਦਾ ਅੱਧਾ ਗੋਲਾ ਜੋ ਹੈ ਉਹ 2 ਬੰਦਿਆਂ 'ਚ ਸ਼ੇਅਰ ਹੋ ਰਿਹਾ ਹੈ। ਇਟ ਮੀਨਸ ਕਿ
ਦ ਪੋਪੂਲੇਸ਼ਨ ਆਫ ਏ ਕੰਟਰੀ ਐਂਡ ਦ ਏਰੀਆ ਆਫ ਲੈਂਡ ਪਰ ਪਰਸਨ। ਉਹਨਾਂ ਨੇ ਕਿਹਾ ਸੀ ਵੀ ਇਹ ਡਾਇਰੈਕਟ ਪ੍ਰਪੋਰਸ਼ਨ ਦਾ ਐਗਜ਼ਾਮਪਲ ਹੈ ਵੀ ਦੇਖੋ ਅਗਰ ਜੋ ਪੋਪੂਲੇਸ਼ਨ ਵੱਧਦੀ ਹੈ ਤਾਂ ਜੋ ਏਰੀਆ ਆਫ ਲੈਂਡ ਹੈ ਯੂਜ਼ ਕਰਨ ਵਾਲਾ ਉਹ ਜੋ ਹੈ ਘਟ ਜਾਂਦਾ ਹੈ। ਦੇਖ ਸਕਦੇ ਹੋ ਇੱਥੇ ਤੁਸੀਂ ਪਹਿਲਾਂ ਜਦੋਂ ਇੱਕ ਪਰਸਨ ਹੈਗਾ ਸੀ, ਠੀਕ ਹੈ, ਤਾਂ ਉਹਨਾਂ ਕੋਲ ਅੱਧਾ ਗੋਲਾ ਆ ਰਿਹਾ ਸੀ, ਠੀਕ ਹੈ। ਹੁਣ ਜਦੋਂ ਇੱਕ ਬੰਦਾ ਹੋਰ ਵੱਧ ਗਿਆ ਦੋਵੇਂ ਪਾਸੇ ਤਾਂ ਹੁਣ ਦੋ ਬੰਦਿਆਂ ਨੇ ਅੱਧਾ ਗੋਲਾ ਜੋ ਹੈ ਇਸਤੇਮਾਲ ਕਰਨਾ ਹੈ, ਠੀਕ ਹੈ। ਅੱਧਾ ਗੋਲਾ ਦੋ ਬੰਦਿਆਂ ਕੋਲ ਹੈ, ਬਾਕੀ ਦਾ ਅੱਧਾ ਗੋਲਾ ਜੋ ਹੈ ਹੋਰ ਦੋ ਬੰਦਿਆਂ ਕੋਲ ਹੈ। ਹੁਣ ਜਗ੍ਹਾ ਜੋ ਹੈ ਕੱਟੀ ਜਾ ਰਹੀ ਹੈ, ਜਿਵੇਂ ਮਤਲਬ ਜੋ ਹੈ ਬੰਦੇ ਵੱਧੀ ਜਾ ਰਹੇ ਹੈ ਤਾਂ ਜੋ ਜਗ੍ਹਾ ਹੈ ਰਹਿਣ ਦੀ ਉਹ ਜੋ ਹੈ ਕੱਟੀ ਜਾ ਰਹੀ ਹੈ। ਤਾਂ ਇਟ ਮੀਨਸ ਇਹ ਜੋ ਹੈ ਇਨਵਰਸ ਪ੍ਰਪੋਰਸ਼ਨ ਦਾ ਐਗਜ਼ਾਮਪਲ ਹੈ ਵੀ ਜੇਕਰ ਕੋਈ ਚੀਜ਼ ਵੱਧ ਰਹੀ ਵੀ ਜੇ ਕੋਈ ਚੀਜ਼ ਇਨਕਰੀਜ਼ ਹੋ ਰਹੀ ਹੈ ਵੱਧ ਰਹੀ ਹੈ ਤਾਂ ਦੂਜੀ ਚੀਜ਼ ਡਿਕਰੀਜ਼ ਹੋ ਰਹੀ ਹੈ। ਵੀ ਅਗਰ ਪੋਪੂਲੇਸ਼ਨ ਇਨਕਰੀਜ਼ ਹੁੰਦੀ ਹੈ ਤਾਂ ਜੋ ਏਰੀਆ ਆਫ ਲੈਂਡ ਹੈ ਜਿਸ ਨੂੰ ਕਿ ਯੂਜ਼ ਕਰਨਾ ਹੈ ਉਹ ਜੋ ਹੈ ਘਟਦਾ ਜਾਂਦਾ ਹੈ, ਡਿਕਰੀਜ਼ ਹੋ ਜਾਂਦਾ ਹੈ। ਅਗਰ ਮੈਂ ਪਰ ਪਰਸਨ ਦੀ ਗੱਲ ਕਰਾਂ, ਠੀਕ ਹੈ, ਵੀ ਜਿਵੇਂ ਕੰਟਰੀ ਦੀ ਪੋਪੂਲੇਸ਼ਨ ਜੋ ਹੈ ਉਹ ਇਨਕਰੀਜ਼ ਕਰੇਗੀ ਤਾਂ ਜੋ ਏਰੀਆ ਆਫ ਲੈਂਡ ਹੈ ਪਰ ਪਰਸਨ ਉਹ ਜੋ ਹੈ ਡਿਕਰੀਜ਼ ਕਰ ਜਾਏਗਾ। ਵੀ ਪਹਿਲਾਂ ਇੱਕ ਬੰਦਾ ਯੂਜ਼ ਕਰ ਰਿਹਾ ਸੀ ਉਸ ਏਰੀਆ ਨੂੰ, ਹੁਣ ਉੱਥੇ ਦੋ ਬੰਦੇ ਆ ਗਏ ਹੈ ਤਾਂ ਇੱਕ ਬੰਦੇ ਵਾਸਤੇ ਜੋ ਸਪੇਸ ਸੀ ਉਹ ਜੋ ਹੈ ਘਟ ਜਾਏਗਾ ਪਹਿਲੇ ਨਾਲੋਂ। ਇਹ ਜੋ ਹੈ ਐਗਜ਼ਾਮਪਲ ਹੈ ਇਨਵਰਸ ਪ੍ਰਪੋਰਸ਼ਨ ਦਾ। ਇਨਵਰਸ ਪ੍ਰਪੋਰਸ਼ਨ ਅਸੀਂ ਕਦੋਂ ਕਹਿੰਦੇ ਹੁੰਦੇ ਹਾਂ ਵੀ ਅਗਰ ਕੋਈ ਚੀਜ਼ ਇਨਕਰੀਜ਼ ਕਰਦੀ ਹੈ ਤੇ ਦੂਜੀ ਚੀਜ਼ ਜੋ ਹੈ ਉਹ ਡਿਕਰੀਜ਼ ਕਰੇ, ਯਾਨੀ ਕਿ ਅਗਰ ਇੱਕ ਚੀਜ਼ ਵੱਧਦੀ ਹੈ ਤਾਂ ਦੂਜੀ ਚੀਜ਼ ਜੋ ਹੈ ਉਹ ਘਟੇ। ਤੇ ਡਾਇਰੈਕਟ ਪ੍ਰਪੋਰਸ਼ਨ ਅਸੀਂ ਕਦੋਂ ਕਹਿੰਦੇ ਹੁੰਦੇ ਹਾਂ ਵੀ ਜਦ ਇੱਕ ਚੀਜ਼ ਇਨਕਰੀਜ਼ ਕਰ ਰਹੀ ਹੈ ਵੱਧ ਰਹੀ ਹੈ ਤਾਂ ਉਹਦੇ ਕੋਰਸਪੋਂਡਿੰਗ ਦੇ ਵਿੱਚ ਦੂਸਰੀ ਚੀਜ਼ ਵੀ ਜੋ ਹੈ ਉਹ ਵਧੇ, ਯਾਨੀ ਕਿ ਇਨਕਰੀਜ਼ ਕਰੇ। ਤਾਂ ਇੱਥੇ ਤਾਂ ਉਲਟਾ ਹੋ ਰਿਹਾ ਹੈ ਵੀ ਜੋ ਪੋਪੂਲੇਸ਼ਨ ਹੈ ਅਗਰ ਕੰਟਰੀ ਦੀ ਉਹ ਇਨਕਰੀਜ਼ ਕਰ ਰਹੀ ਹੈ ਤਾਂ ਏਰੀਆ ਆਫ ਲੈਂਡ ਪਰ ਪਰਸਨ ਉਹ ਤਾਂ ਜੋ ਹੈ ਡਿਕਰੀਜ਼ ਹੋ ਰਿਹਾ ਹੈ। ਤਾਂ ਇਹ ਜੋ ਹੈ ਇਨਵਰਸ ਪ੍ਰਪੋਰਸ਼ਨ ਦਾ ਜੋ ਹੈ ਐਗਜ਼ਾਮਪਲ ਹੈ। ਤਾਂ ਇਹ ਜੋ ਹੈ ਸਾਡਾ ਫੋਲਸ ਹੈ, ਯਾਨੀ ਕਿ ਇਹ ਜੋ ਹੈ ਟਰੂ ਨਹੀਂ ਹੈ। ਨੈਕਸਟ ਹੈ 3576 ਸੰਖਿਆ 4 ਦਾ ਗੁਣਜ ਹੈ। ਹੁਣ ਇਸ ਨੂੰ ਚੈੱਕ ਕਰਨ ਵਾਸਤੇ ਅਸੀਂ ਕਰਾਂਗੇ ਕਿ ਵੀ ਜੋ ਇਹ ਨੰਬਰ ਹੈ 3576 ਇਸ ਨੂੰ ਜੋ ਹੈ ਅਸੀਂ 4 ਦੇ ਨਾਲ ਡਿਵਾਈਡ ਕਰਕੇ ਦੇਖ ਲੈਂਦੇ ਹਾਂ। ਹਾਂਜੀ, ਇਹ ਹੋ ਗਿਆ 4 9 36 4 8 32 5 -2 ਇਹ ਆ ਗਿਆ 3 ਤੇ 7 ਥੱਲੇ ਤੇ 4 9 36 ਹਾਂਜੀ 1 ਤੇ 6 ਤੇ 4 4 16। ਹਾਂਜੀ, ਹੁਣ ਅਸੀਂ ਦੇਖ ਸਕਦੇ ਹਾਂ ਵੀ ਇਹ ਜੋ 3576 ਹੈ ਇਹ 894 ਤੇ ਯਾਨੀ ਕਿ 894 ਤੇ ਜੋ ਹੈ ਪੂਰਾ ਕੈਂਸਲ ਆਊਟ ਹੋ ਰਿਹਾ ਹੈ, ਡਿਵਾਈਡ ਹੋ ਰਿਹਾ ਹੈ। ਤੇ ਅਗਰ ਕੋਈ ਨੰਬਰ ਜੋ ਹੈ ਕਿਸੇ ਦੂਜੇ ਨੰਬਰ ਤੋਂ ਯਾਨੀ ਕਿ ਛੋਟੇ ਨੰਬਰ ਤੋਂ ਜੋ ਹੈ ਡਿਵਾਈਡ ਹੋ ਜਾਂਦਾ ਹੈ ਤਾਂ ਉਹ ਉਸ ਦਾ ਗੁਣਜ ਵੀ ਹੁੰਦਾ ਹੈ ਤੇ ਮਲਟੀਪਲ ਵੀ ਹੁੰਦਾ ਹੈ, ਠੀਕ ਹੈ। ਇਸ ਨੂੰ ਅਸੀਂ ਇੱਦਾਂ ਵੀ ਕਹਿ ਸਕਦੇ ਹਾਂ ਵੀ ਅਗਰ ਅਸੀਂ 894 ਨੂੰ 4 ਨਾਲ ਗੁਣਾ ਕਰੀਏ ਤਾਂ ਸਾਨੂੰ ਮਿਲੇਗਾ 3576। ਦੇਖੋ ਇੱਥੇ ਇਹ ਜੋ ਹੈ 3576 ਇਹ ਜੋ ਹੈ ਇਹ 4 ਦਾ ਮਲਟੀਪਲ ਹੋ ਗਿਆ ਨਾ, ਵੀ ਅਗਰ ਅਸੀਂ 4 ਨੂੰ ਇਸ ਨੰਬਰ ਦੇ ਨਾਲ 894 ਦੇ ਨਾਲ ਜੋ ਹੈ ਮਲਟੀਪਲਾਈ ਕਰੀਏ ਤਾਂ ਸਾਨੂੰ ਜੋ ਹੈ ਮੁੜ ਕੇ 3576 ਮਿਲਦਾ ਹੈ। ਤਾਂ 3576 ਜੋ ਹੈ ਉਹ 4 ਦਾ ਮਲਟੀਪਲ ਹੈ ਤੇ ਕਿੰਨਵਾਂ ਮਲਟੀਪਲ ਹੈ 894 ਜੋ ਹੈ ਮਲਟੀਪਲ ਹੈ, ਠੀਕ ਹੈ। ਵੀ ਅਗਰ ਅਸੀਂ 4 ਨੂੰ 894 ਦੇ ਨਾਲ ਗੁਣਾ ਕਰਦੇ ਹਾਂ ਤਾਂ ਸਾਨੂੰ ਜੋ ਹੈ 3576 ਮਿਲ ਜਾਂਦਾ ਹੈ। 4 ਦਾ ਮਲਟੀਪਲ ਹੈ 3576। ਤਾਂ ਇਹ ਜੋ ਹੈ ਤੁਹਾਡਾ ਜੋ ਹੈ ਟਰੂ ਹੈ, ਠੀਕ ਹੈ। ਹਾਂਜੀ, ਨੈਕਸਟ ਹੈ ਜੀ ਦਿੱਤੀ ਗਈ ਸਾਰਣੀ ਸੇਬਾਂ ਦਾ ਮੁੱਲ ਇੱਕ ਸੁਤੰਤਰ ਚੱਲ ਹੈ, ਸਹੀ ਜਾਂ ਗਲਤ। ਗਿਵਨ ਦਾ ਟੇਬਲ ਦਾ ਵੈਲਿਊ ਆਫ ਐਪਲਸ ਇਜ਼ ਐਨ ਇੰਡੀਪੈਂਡੈਂਟ ਵੇਰੀਏਬਲ। ਹੁਣ ਇਹ ਇੰਡੀਪੈਂਡੈਂਟ ਵੇਰੀਏਬਲ ਦਾ ਮੀਨਿੰਗ ਕੀ ਹੁੰਦਾ ਹੈ ਇਹ ਮੈਂ ਸਮਝਾ ਦਿੰਦਾ ਤੁਹਾਨੂੰ। ਦੇਖੋ ਸਾਨੂੰ ਟੇਬਲ ਦੇ ਵਿੱਚ ਨੀਚੇ ਯਾਨੀ ਕਿ ਜੋ ਸਾਰਣੀ ਦਿੱਤੀ ਗਈ ਹੈ ਉਸ ਦੇ ਵਿੱਚ ਸਾਨੂੰ ਦਿੱਤਾ ਗਿਆ ਹੈ ਸੇਬਾਂ ਦੀ ਮਾਤਰਾ ਕਿਲੋਗ੍ਰਾਮ ਵਿੱਚ ਤੇ ਸੇਬਾਂ ਦਾ ਮੁੱਲ ਰੁਪੀਸ ਦੇ ਵਿੱਚ। ਦਾ ਅਮਾਊਂਟ ਆਫ ਐਪਲਸ ਇਨ ਕਿਲੋਗ੍ਰਾਮ, ਵੀ 2 ਕਿਲੋਗ੍ਰਾਮ ਐਪਲਸ ਦਾ ਜੋ ਪ੍ਰਾਈਸ ਹੈ ਉਹ ਹੈ 120 ਯਾਨੀ ਕਿ 120 ਰੁਪਏ। ਤੇ 4 ਕਿਲੋਗ੍ਰਾਮ ਜੋ ਐਪਲਸ ਹੈ ਉਹਨਾਂ ਦਾ ਜੋ ਪ੍ਰਾਈਸ ਹੈ ਉਹ ਹੈ 240 ਰੁਪੀਸ। 6 ਕਿਲੋਗ੍ਰਾਮ ਜੋ ਐਪਲਸ ਹੈ ਉਹਨਾਂ ਦਾ ਜੋ ਪ੍ਰਾਈਸ ਹੈ ਉਹ 360 ਰੁਪੀਸ ਹੈ। ਇਹਨਾਂ ਨੇ ਸਾਨੂੰ ਕਿਹਾ ਹੈ ਦਾ ਵੈਲਿਊ ਆਫ ਐਪਲਸ ਇਜ਼ ਐਨ ਇੰਡੀਪੈਂਡੈਂਟ ਵੇਰੀਏਬਲ। ਵੈਲਿਊ ਦਾ ਮਤਲਬ ਕੀ ਹੈ ਵੀ ਜੋ ਪ੍ਰਾਈਸ ਹੈ, ਠੀਕ ਹੈ, ਜੋ ਮੁੱਲ ਹੈ ਉਹਨਾਂ ਦਾ, ਠੀਕ ਹੈ, ਸੇਬਾਂ ਦਾ। ਇਹਨਾਂ ਨੇ ਸਾਨੂੰ ਕਿਹਾ ਹੈ ਇੰਡੀਪੈਂਡੈਂਟ ਵੇਰੀਏਬਲ। ਇੰਡੀਪੈਂਡੈਂਟ ਵੇਰੀਏਬਲ ਤੇ ਪੰਜਾਬੀ ਦੇ ਵਿੱਚ ਇਹਨਾਂ ਨੇ ਵਰਡ ਯੂਜ਼ ਕੀਤਾ ਹੈ ਸੁਤੰਤਰ ਚੱਲ। ਹੁਣ ਇਹ ਇੰਡੀਪੈਂਡੈਂਟ ਵੇਰੀਏਬਲ ਦਾ ਮੀਨਿੰਗ ਕੀ ਹੁੰਦਾ ਹੈ
ਵੀ ਜੋ ਇਹ ਵੈਲਿਊ ਆਫ ਐਪਲਸ ਹੈ, ਵੈਲਿਊ ਆਫ ਐਪਲਸ ਕੀ ਹੈ, 120 ਹੈ, 240 ਹੈ ਤੇ 360 ਹੈ। ਉਸ ਨੂੰ ਅਸੀਂ ਕਦੋਂ ਇੰਡੀਪੈਂਡੈਂਟ ਵੇਰੀਏਬਲ ਕਹਿ ਸਕਦੇ ਹਾਂ, ਅਗਰ ਉਹ ਜੋ ਹੈ ਇਸ ਦੇ ਉੱਪਰ ਯਾਨੀ ਕਿ ਜੋ ਅਮਾਊਂਟ ਹੈ ਐਪਲਸ ਦਾ, ਯਾਨੀ ਕਿ ਜੋ ਸੇਬਾਂ ਦੀ ਜੋ ਮਾਤਰਾ ਹੈ, ਯਾਨੀ ਕਿ ਜੋ ਵਜਨ ਹੈ, ਭਾਰ ਹੈ ਕਿਲੋਗ੍ਰਾਮ ਦੇ ਵਿੱਚ, ਜੋ ਇਹ ਜੋ ਅਮਾਊਂਟ ਹੈ ਨਾ 120, 240, 360, ਅਗਰ ਉਹ ਐਪਲਸ ਦੇ ਵਜਨ ਦੇ ਉੱਪਰ ਯਾਨੀ ਕਿ ਕਿਲੋਗ੍ਰਾਮ ਦੇ ਵਿੱਚ ਜੋ ਵਜਨ ਸਾਨੂੰ ਗਿਵਨ ਹੈ ਉਸ ਦੇ ਉੱਪਰ ਅਗਰ ਉਹ ਡਿਪੈਂਡ ਨਹੀਂ ਕਰਦਾ ਤਾਂ ਅਸੀਂ ਕਹਿ ਸਕਦੇ ਹਾਂ ਵੀ ਉਹ ਇੰਡੀਪੈਂਡੈਂਟ ਵੇਰੀਏਬਲ ਹੈ। ਹੁਣ ਇੱਥੇ ਤਾਂ ਪਤਾ ਚੱਲ ਰਿਹਾ ਵੀ ਜਿਵੇਂ ਅਗਰ 2 ਕਿਲੋਗ੍ਰਾਮ ਐਪਲ ਹੈ ਤਾਂ ਉਹਨਾਂ ਦਾ ਜੋ ਪ੍ਰਾਈਸ ਹੈ ਉਹ 120 ਹੈ। ਫਿਰ ਅਗਰ ਐਪਲ ਦਾ ਜੋ ਵਜਨ ਵਧਾ ਦਿੱਤਾ ਯਾਨੀ ਕਿ 2 ਤੋਂ ਅਸੀਂ 4 ਕਰ ਦਿੱਤਾ ਤਾਂ ਜੋ ਪ੍ਰਾਈਸ ਹੈ ਉਹ ਵੀ ਵੱਧ ਗਿਆ, 240 ਹੋ ਗਿਆ। ਫਿਰ ਅਗਰ 4 ਤੋਂ 6 ਹੋ ਗਿਆ, ਮਤਲਬ 6 ਕਿਲੋਗ੍ਰਾਮ ਜੋ ਐਪਲ ਹੈ ਉਹਨਾਂ ਦਾ ਪ੍ਰਾਈਸ ਜੋ ਹੈ ਉਹ 360 ਹੈ। ਵੀ ਅਗਰ ਜੋ weight ਹੈ ਐਪਲ ਦਾ ਯਾਨੀ ਕਿ ਜੋ ਸੇਬਾਂ ਦੀ ਜੋ ਮਾਤਰਾ ਹੈ ਕਿਲੋਗ੍ਰਾਮ ਦੇ ਵਿੱਚ ਅਗਰ ਉਹ ਵੱਧ ਰਹੀ ਹੈ, 2 ਤੋਂ 4 ਹੋ ਰਹੀ ਹੈ, 4 ਤੋਂ 6 ਹੋ ਰਹੀ ਹੈ, ਤਾਂ ਜੋ ਪ੍ਰਾਈਸ ਹੈ ਐਪਲਸ ਦਾ, ਜੋ ਸੇਬਾਂ ਦਾ ਜੋ ਮੁੱਲ ਹੈ ਉਹ ਵੀ ਜੋ ਹੈ ਵੱਧ ਰਿਹਾ ਹੈ, 120 ਹੋ ਰਿਹਾ ਹੈ, ਫਿਰ 4 ਕਿਲੋਗ੍ਰਾਮ ਦਾ 240 ਹੋ ਰਿਹਾ ਹੈ, ਫਿਰ 6 ਕਿਲੋਗ੍ਰਾਮ ਦਾ 360 ਹੋ ਰਿਹਾ ਹੈ। ਤਾਂ ਇਟ ਮੀਨਸ ਕਿ ਜੋ ਪ੍ਰਾਈਸ ਹੈ ਐਪਲਸ ਦਾ ਉਹ ਜੋ ਹੈ ਸੇਬਾਂ ਦੀ ਮਾਤਰਾ ਜੋ ਕਿਲੋਗ੍ਰਾਮ ਦੇ ਵਿੱਚ ਹੈ ਉਸ ਦੇ ਉੱਪਰ ਡਿਪੈਂਡ ਕਰ ਰਿਹਾ ਹੈ। ਇੱਥੇ ਇਹਨਾਂ ਨੇ ਕਿਹਾ ਹੈ ਸਾਨੂੰ ਇੰਡੀਪੈਂਡੈਂਟ ਵੇਰੀਏਬਲ, ਵੀ ਇੰਡੀਪੈਂਡੈਂਟ ਵੇਰੀਏਬਲ ਦਾ ਮਤਲਬ ਇਹ ਹੁੰਦਾ ਵੀ ਉਹ ਡਿਪੈਂਡ ਨਹੀਂ ਕਰ ਰਿਹਾ। ਪਰ ਇੱਥੇ ਤਾਂ ਸਾਰਣੀ ਨੂੰ ਦੇਖ ਕੇ, ਟੇਬਲ ਨੂੰ ਦੇਖ ਕੇ ਸਾਨੂੰ ਪਤਾ ਚੱਲ ਰਿਹਾ ਹੈ ਵੀ ਅਗਰ ਸੇਬ 2 ਕਿਲੋਗ੍ਰਾਮ ਹੈ ਤਾਂ ਉਹਨਾਂ ਦਾ ਪ੍ਰਾਈਸ 120 ਹੈ, ਔਰ ਅਗਰ 2 ਕਿਲੋਗ੍ਰਾਮ ਤੋਂ ਵਧਾ ਕੇ ਅਗਰ ਅਸੀਂ 4 ਕਿਲੋਗ੍ਰਾਮ ਕਰ ਰਹੇ ਹਾਂ ਤਾਂ ਪ੍ਰਾਈਸ 240 ਹੋ ਰਿਹਾ ਹੈ, ਫਿਰ ਅਸੀਂ 6 ਕਿਲੋਗ੍ਰਾਮ ਕਰ ਰਹੇ ਹਾਂ ਤਾਂ ਪ੍ਰਾਈਸ 360 ਹੋ ਰਿਹਾ ਹੈ। ਇਟ ਮੀਨਸ ਕਿ ਜੋ ਪ੍ਰਾਈਸ ਹੈ ਐਪਲਸ ਦਾ ਯਾਨੀ ਕਿ ਜੋ ਵੈਲਿਊ ਹੈ ਐਪਲਸ ਦੀ ਉਹ ਜੋ ਹੈ ਜੋ ਐਪਲਸ ਦਾ ਜੋ weight ਹੈ, ਵਜਨ ਹੈ ਕਿਲੋਗ੍ਰਾਮ ਦੇ ਵਿੱਚ ਉਸ 'ਤੇ ਡਿਪੈਂਡ ਕਰ ਰਿਹਾ ਹੈ। ਇਹਨਾਂ ਨੇ ਸਾਨੂੰ ਕਿਹਾ ਸੀ ਦਾ ਵੈਲਿਊ ਆਫ ਐਪਲਸ ਇਜ਼ ਐਨ ਇੰਡੀਪੈਂਡੈਂਟ ਵੇਰੀਏਬਲ, ਸੇਬਾਂ ਦਾ ਮੁੱਲ ਇੱਕ ਸੁਤੰਤਰ ਚਲ ਹੈ, ਤਾਂ ਇਹਦਾ ਆਨਸਰ ਹੋਏਗਾ ਫੋਲਸ। ਠੀਕ ਹੈ, ਵੀ ਇਹ ਜੋ ਹੈ ਸਹੀ ਨਹੀਂ ਹੈ, ਇਹ ਜੋ ਹੈ ਗਲਤ ਹੈ, ਫੋਲਸ ਹੈ। क्वेश्चन नंबर 3 है जी, खाली स्थान भरो, हर एक प्रश्न का 1 अंक है। फिल इन द ब्लैंक्स, ईच क्वेश्चन हैज़ 1 मार्क। पहला है जी, आयत का हर एक कोण डैश ਦਾ ਹੁੰਦਾ ਹੈ। ठीक है, ईच एंगल ऑफ ए रैक्टेंगल इज़ डैश। ਤਾਂ ਜੋ ਰੈਕਟੈਂਗਲ ਹੈ ਉਸਦਾ ਹਰ ਇੱਕ ਜੋ ਕੋਣ ਹੁੰਦਾ ਹੈ ਉਹ 90 ਡਿਗਰੀ ਦਾ ਹੁੰਦਾ ਹੈ। ਤਾਂ ਸਾਡਾ ਜੋ ਇਹ ਆਨਸਰ ਹੈ 90 ਡਿਗਰੀ, ਇਹ ਅਸੀਂ ਇੱਥੇ ਫਿਲ ਕਰਨਾ ਹੈ 90 ਡਿਗਰੀ। ਠੀਕ ਹੈ, ਹਾਂਜੀ। ਇਸ ਤੋਂ ਬਾਅਦ ਸਾਡੇ ਕੋਲ ਹੈ ਜੀ, ਦਿੱਤੇ ਗਏ ਪਾਈ ਚਾਰਟ ਵਿੱਚ ਇੱਕ ਸਕੂਲ ਦੇ ਲੜਕੇ ਅਤੇ ਲੜਕੀਆਂ ਦੀ ਪ੍ਰਤੀਸ਼ਤ ਦਰਸਾਈ ਗਈ ਹੈ। ਜੇਕਰ ਇਸ ਸਕੂਲ ਦੇ ਕੁੱਲ ਵਿਦਿਆਰਥੀਆਂ ਦੀ ਗਿਣਤੀ 500 ਹੋਵੇ ਤਾਂ ਲੜਕੀਆਂ ਦੀ ਗਿਣਤੀ ਡੈਸ਼ ਹੋਵੇਗੀ। ਦੇਖੋ ਤੁਸੀਂ ਦੇਖ ਸਕਦੇ ਹੋ ਵੀ ਜੋ ਫਿਗਰ ਦੇ ਵਿੱਚ ਦੇਖ ਸਕਦੇ ਹਾਂ ਅਸੀਂ ਵੀ ਜੋ ਲੜਕੀਆਂ ਨੇ ਉਹ ਜੋ ਹੈ 50% ਨੇ ਤੇ ਜੋ ਲੜਕੇ ਨੇ ਉਹ ਵੀ ਜੋ ਹੈ 50% ਨੇ, ਯਾਨੀ ਕਿ 50% ਨੇ। ਤੇ ਹੁਣ ਸਾਡੇ ਕੋਲ ਜੋ ਕੁੱਲ मतलब जो विद्यार्थी दिते गए हैं, कुल विद्यार्थियों की गिनती 500 है। ठीक है, तो हुण असी लड़कियां की मतलब जो है वो गिनती दसनी है। तो करांगे कि असी भी जो 500 जो कुल विद्यार्थी दिते गए हैं उसका असी जो लड़कियां का सानू जो प्रतिशत दिता गया है यानी कि जो परसेंटेज सानू दी गई है 50% दी गई है, तो परसेंटेज नू हटा के असी जो है 50 का जो परसेंटेज है उसनू हटा के जो है असी नीचे 100 यानी कि 100 जो है लगावांगे डिनोमीनेटर दे विच। हुण 100 की जिहड़ी 2 जीरोज़ हैं वो 500 की 2 जीरोज़ दे नाल कैंसल आउट हो गई, तो 50 नू जदों असी 5 दे नाल मल्टीप्लाई करांगे सानू मिलेगा 250 यानी कि 250। ठीक है, 250। इट मीन्स कि जो लड़कियां की गिनती है वो जो है 250 है, इनकी 250 है, 250 है। कुल विद्यार्थी है कि साढ़े कोल 500, तो उन्होंने 50% यानी कि 50% लड़कियां सी। प्रतिशत का साइन हटा के परसेंटेज का साइन हटा के असी 100 जो है डिनोमीनेटर के लगाया, तो 100 तो 500 की 2 जीरोज़ आपस के कैंसल आउट हो गई, तो 5 नू 50 नाल मल्टीप्लाई करके सानू जो है आंसर मिला है 250 यानी कि 250 यानी कि 250। साडा आंसर होएगा 250। नेक्स्ट है जी, ए मल्टीप्लीकेशन ए स्क्वेयर मल्टीप्लीकेशन ए क्यूब मल्टीप्लीकेशन ए दी पावर 4 इज इक्वल टू डैश होवेगा। इस दे विच असी करना की हुंदा है, देखो
ਜਿਵੇਂ ਇੱਥੇ a ਦੀ ਪਾਵਰ ਕੁਝ ਵੀ ਗਿਵਨ ਨਹੀਂ ਹੈ ਤਾਂ ਇਸ ਨੂੰ ਅਸੀਂ 1 ਐਜ਼ਿਊਮ ਕਰ ਲੈਂਦੇ ਹਾਂ, ਠੀਕ ਹੈ। ਇੱਥੇ a ਦੀ ਪਾਵਰ ਜੋ ਹੈ 1 ਮੰਨੀ ਜਾਏਗੀ। ਅਸੀਂ ਜਸਟ ਇਹਨਾਂ ਪਾਵਰਸ ਨੂੰ ਐਡ ਕਰਨਾ ਹੈ। 1 + 2 ਇਹ ਹੋ ਗਿਆ 3, 3 + 3 ਇਹ ਹੋ ਗਿਆ 6, 6 + 4 ਇਹ ਹੋ ਗਿਆ 10 ਯਾਨੀ ਕਿ 10। ਤਾਂ a⁻10 यानी कि 10 ये जो है साडा आंसर होएगा। तो a⁻10 जो है साडा आंसर है। करना की है, जो पहले वाला a है उसके ऊपर एक तो पावर जो है मैंशन नहीं है तो उत्थे असी 1 एज्यूम कर सकते हाँ। तो फिर असी जो पावर्स हैं उन्होंने असी ऐड करना होंगे है। ऐड क्यों कर रहे हैं? क्योंकि नीचे जो बेस है उस सब का जो है वो सेम है, बराबर है, वो स्मॉल a दे इक्वल है। बेस सेम होने दे करके असी पावर्स नू ऐड कर सकते हाँ। तो 1 + 2 ये हो गया 3, 3 + 3 हो गया 6, 6 + 4 ये हो गया 10। तो a⁻10 यानी कि a की पावर जो है 10 ये जो है साडा आंसर है। नैक्सट है, जेकर एक वर्गाकार कागज की एक भुजा की लंबाई 7.5 सेंटीमीटर होवे तो इस कागज का परिमाप डैश होवेगा। इफ द लेंथ ऑफ ए साइड ऑफ स्क्वेयर पेपर is 7.5 सेंटीमीटर दैन द पैरीमीटर ऑफ दिस पेपर विल बी डैश। क्योंकि इतने स्क्वेयर की गल हो रही है तो स्क्वेयर का सानू जो है पैरीमीटर जो है फाइंड आउट करना है। तो सिंपल जो है असीं इत्थे एक फार्मूला यूज़ करांगे, वो हुंदा है स्क्वेयर के पैरीमीटर का फार्मूला हुंदा है जी 4 × साइड। हाँ जी, तो साइड सानू गिवन है 7.5 7.5, ठीक है। तो इत्थे मल्टीप्लाई कर लें जी। 4 5 ये हो गया 20, तो 2 जो है अगे कैरी हो गया, 4 7 28 + 2 ये हो गया 30। तो ये वाला जो डेसिमल है वो इत्थे लगेगा, ठीक है। तो 30.0 यानी कि 30 हो गया, 30 सेंटीमीटर हो गया साडा जो पैरीमीटर है। हाँ जी, इत्थे सानू पैरीमीटर जो है फाइंड आउट करना सी। तो ये तुसी देख सकते हो 49 दे नाल इन्होंने सेंटीमीटर स्क्वेयर लगाया हुआ है, ये तो हो ही नहीं सकता। पैरीमीटर के विच कभी भी जो है यूनिट्स के विच सेंटीमीटर स्क्वेयर नहीं आएगा। तो साडा जो है आंसर है वो है 30 सेंटीमीटर यानी कि 30 सेंटीमीटर। 4 × साइड वाला जो है असी फार्मूला यूज़ करना है जो असी पैरीमीटर फाइंड आउट कर रहे हैं स्क्वेयर का। नैक्सट है, एक विशेष प्रकार के 5 मीटर कपड़े का मुल 250 रुपये यानी कि 250 रुपये होवे तो 2 मीटर कपड़े का मुल डैश होवेगा, रुपये होवेगा। इफ द प्राइस ऑफ ए स्पेशल टाइप ऑफ 5 मीटर क्लॉथ इज ₹250 दैन द प्राइस ऑफ 2 मीटर क्लॉथ विल बी ₹डैश। सानू 5 मीटर जो कपड़ा है उसका जो प्राइस है वो सानू गिवन है 250 रुपये यानी कि ₹250। सानू जो है 2 मीटर जो कपड़ा है यानी कि क्लॉथ है उसका प्राइस कैलकुलेट करना है। हाँ जी, इस दे विच असी करते कि हाँ यूनिटरी मैथड का असी यूज़ कर सकते हाँ। यूनिटरी मैथड की हुंदा है, देखो यूनिटरी मैथड दे विच असी ये लिखते होंगे भी जिमें 5 मीटर जो क्लॉथ है, ठीक है, उसका जो प्राइस है 5 मीटर क्लॉथ का प्राइस जो है वो है साढ़ा ₹250। फिर असी 1 मीटर वास्ते जो है निकालते हाँ। तो ये असी की करांगे 250 नू ₹250 नू 5 दे नाल डिवाइड कर देंगे। तो डिवाइड करके सानू मिलेगा 50 यानी कि 1 मीटर क्लॉथ का यानी कि 1 मीटर कपड़े का जो प्राइस है वो है ₹50 यानी कि ₹50। सानू जो है 2 मीटर यानी कि 2 मीटर जो है क्लॉथ का जो प्राइस है वो कैलकुलेट करना है। तो 2 मीटर वास्ते असी की करांगे, 2 मीटर वास्ते असी की करांगे जो 1 मीटर का जो प्राइस आया है यानी कि ₹50 उसनू जो है 2 दे नाल मल्टीप्लाई कर देंगे 2 दे नाल, ठीक है। तो सानू मिलेगा ₹100। एक बारी फिर तो समझ लो 5 मीटर क्लॉथ का जो प्राइस है वो है ₹250। इसनू यूनिटरी मैथड कहा जाता है भी असी जो सानू जो है एक चीज़ की वैल्यू गिवन है, जिवें 5 मीटर कपड़े की सानू वैल्यू गिवन है ₹250। यूनिटरी मैथड मतलब मीनस यूनिट। देखो यूनिटरी का मतलब की होंदा है यूनिट का मतलब की होंदा है भी
ਅਸੀਂ ਜੋ ਹੈ ਇੱਕ ਚੀਜ਼ ਦੀ ਪਹਿਲਾਂ ਜੋ ਹੈ ਵੈਲਿਊ ਕੈਲਕੂਲੇਟ ਕਰਾਂਗੇ ਵੀ ਸਾਨੂੰ 5 ਮੀਟਰ ਕੱਪੜੇ ਦੀ ਵੈਲਿਊ ਗਿਵਨ ਸੀ 250 ਰੁਪਏ। ਫਿਰ ਅਸੀਂ ਜੋ ਹੈ 1 ਮੀਟਰ ਕੱਪੜੇ ਦੀ ਜੋ ਹੈ ਵੈਲਿਊ ਨਿਕਾਲ ਲਈ ਹੈ 250 ਨੂੰ 5 ਦੇ ਨਾਲ ਡਿਵਾਈਡ ਕਰਕੇ, ਤਾਂ 250 ਨੂੰ 5 ਦੇ ਨਾਲ ਡਿਵਾਈਡ ਕੀਤਾ, ਸਾਨੂੰ ਮਿਲ ਗਿਆ ਵੀ 1 ਮੀਟਰ ਕਲੋਥ ਦਾ ਜੋ ਪ੍ਰਾਈਸ ਹੈ ਉਹ ਹੈ ₹50। ਫਿਰ ਅਸੀਂ 2 ਮੀਟਰ ਕਲੋਥ ਦਾ ਜੋ ਪ੍ਰਾਈਸ ਹੈ ਉਹ ਕੈਲਕੂਲੇਟ ਕਰਨਾ ਹੈ। ਤਾਂ ਜੋ 1 ਮੀਟਰ ਯਾਨੀ ਕਿ 1 ਮੀਟਰ ਕਲੋਥ ਦਾ ਪ੍ਰਾਈਸ ਆਇਆ ਹੈ ₹50, ਉਸ ਨੂੰ ਅਸੀਂ 2 ਦੇ ਨਾਲ ਜੋ ਕਿ ਸਾਨੂੰ ਕੈਲਕੂਲੇਟ ਕਰਨਾ ਹੈ 2 ਮੀਟਰ ਕੱਪੜੇ ਦਾ ਪ੍ਰਾਈਸ, ਠੀਕ ਹੈ, 2 ਦੇ ਨਾਲ ਜੋ ਹੈ ਮਲਟੀਪਲਾਈ ਕਰਾਂਗੇ। ₹50 ਮਲਟੀਪਲੀਕੇਸ਼ਨ 2 ਦੈਟ ਇਜ਼ ਇਕੁਅਲ ਟੂ ₹100। ਇਟ ਮੀਨਸ ਕਿ 2 ਮੀਟਰ ਕਲੋਥ ਦਾ ਜੋ ਪ੍ਰਾਈਸ ਹੈ 2 ਮੀਟਰ ਕੱਪੜੇ ਦਾ ਜੋ ਪ੍ਰਾਈਸ ਹੈ, ਜੋ ਮੁੱਲ ਹੈ ਉਹ ਹੈ ₹100 ਯਾਨੀ ਕਿ 100 ਰੁਪਏ। ਇੱਥੇ ਅਸੀਂ ਆਨਸਰ ਦੇ ਵਿੱਚ ਲਿਖਾਂਗੇ ₹100 ਯਾਨੀ ਕਿ 100 ਰੁਪਏ। ਨੈਕਸਟ ਹੈ ਜੇਕਰ ਰਾਸ਼ੀਆਂ x ਅਤੇ y ਸਿੱਧੇ ਅਨੁਪਾਤ ਵਿੱਚ ਹੋਣ ਤਾਂ ਹੇਠ ਦਿੱਤੀ ਸਾਰਣੀ ਵਿੱਚ ਖਾਲੀ ਥਾਂ ਭਰੋ। ਇਫ ਦਾ ਵੇਰੀਏਬਲ x ਐਂਡ y ਆਰ ਇਨ ਡਾਇਰੈਕਟ ਪ੍ਰਪੋਰਸ਼ਨ, ਇਹਨਾਂ ਨੇ ਸਾਨੂੰ ਮੈਂਸ਼ਨ ਕਰ ਦਿੱਤਾ ਹੈ ਵੀ ਡਾਇਰੈਕਟ ਪ੍ਰਪੋਰਸ਼ਨ ਦੇ ਵਿੱਚ ਜੋ ਹੈ x ਔਰ y ਹੈ, ਠੀਕ ਹੈ, ਵੇਰੀਏਬਲਸ। ਫਿਲ ਇਨ ਦਾ ਬਲੈਂਕਸ ਇਨ ਦਾ ਟੇਬਲ ਬਿਲੋ। ਹੁਣ ਅਗਰ ਡਾਇਰੈਕਟ ਪ੍ਰਪੋਰਸ਼ਨ ਦੇ ਵਿੱਚ ਹੋਣ, ਦੇਖੋ ਸਾਨੂੰ ਇੱਥੇ ਜੋ ਹੈ ਫਿਲ ਕਰਨਾ ਹੈ। ਡਾਇਰੈਕਟ ਪ੍ਰਪੋਰਸ਼ਨ ਦੇ ਵਿੱਚ ਸਾਡੇ ਕੋਲ ਜੋ ਫਾਰਮੂਲਾ ਹੁੰਦਾ ਹੈ ਉਹ ਹੁੰਦਾ ਹੈ x1/y1 ਇਜ਼ ਇਕੁਅਲ ਟੂ x2/y2। ਇੱਥੇ ਸਾਡੇ ਕੋਲ x1 ਵੀ ਹੈ, y1 ਵੀ ਹੈ ਤੇ x2 ਵੀ ਹੈ, ਠੀਕ ਹੈ। ਮੈਂ ਦੂਜੀ ਸਾਈਡ ਤੇ ਕਰਕੇ ਦਿਖਾ ਦਿੰਦਾ ਹਾਂ। ਹਾਂਜੀ, x1/y1 ਇਟ ਮੀਨਸ ਕਿ 12/48, ਠੀਕ ਹੈ, इज इक्वल टू x2 ਸਾਨੂੰ ਕਿੰਨਾ ਗਿਵਨ ਹੈ 6 ਗਿਵਨ ਹੈ। y2 ਸਾਨੂੰ ਜੋ ਹੈ ਫਾਈਂਡ ਆਊਟ ਕਰਨਾ ਹੈ। ਕਿਉਂਕਿ ਉਹਨਾਂ ਨੇ ਸਾਨੂੰ ਕਹਿ ਰੱਖਿਆ ਹੈ ਵੀ ਡਾਇਰੈਕਟ ਪ੍ਰਪੋਰਸ਼ਨ ਦੇ ਵਿੱਚ ਹੈ, ਤਾਂ ਹੀ ਅਸੀਂ ਜੋ ਹੈ ਇਹ ਵਾਲਾ ਜੋ ਫਾਰਮੂਲਾ ਹੈ ਇਹ ਯੂਜ਼ ਕਰ ਸਕਦੇ ਹਾਂ। ਹੁਣ ਅਸੀਂ ਕਰਨਾ ਕੀ ਹੈ, ਇਹ y2 ਅਸੀਂ ਇੱਧਰ ਲੈ ਕੇ ਜਾਵਾਂਗੇ। ਇਹ ਵਾਲਾ ਜੋ 48 ਹੈ ਉਹ ਨਿਊਮਰੇਟਰ ਦੇ ਵਿੱਚ 6 ਦੇ ਨਾਲ ਮਲਟੀਪਲਾਈ ਹੋਏਗਾ ਤੇ 12 ਜੋ ਹੈ ਉਹ ਨੀਚੇ ਡਿਨੋਮੀਨੇਟਰ ਦੇ ਵਿੱਚ ਆ ਜਾਊਗਾ। ਇਸ ਨੂੰ ਅਸੀਂ ਕ੍ਰੋਸ ਮਲਟੀਪਲੀਕੇਸ਼ਨ ਕਹਿ ਸਕਦੇ ਹਾਂ। 6 ਮਲਟੀਪਲੀਕੇਸ਼ਨ 48 ਡਿਵਾਈਡਡ ਬਾਈ 12, ਤਾਂ 6 2s 12 ਹੋ ਗਿਆ ਤੇ 2 ਇਹ ਜੋ 48 ਹੈ ਉਹ 2 ਦੇ ਨਾਲ ਡਿਵਾਈਡ ਹੋਏਗਾ 24 ਤੇ ਯਾਨੀ ਕਿ 24 ਤੇ, ਠੀਕ ਹੈ। ਇਟ ਮੀਨਸ ਸਾਨੂੰ ਜੋ y2 ਹੈ ਉਹ ਮਿਲਿਆ ਹੈ 24 ਯਾਨੀ ਕਿ 24, ਠੀਕ ਹੈ। y2 ਸਾਡਾ ਆਇਆ ਹੈ 24 ਯਾਨੀ ਕਿ 24। ਇਹੀ ਸਾਨੂੰ ਫਾਈਂਡ ਆਊਟ ਕਰਨਾ ਸੀ। ਤਾਂ ਸਾਡਾ ਸਹੀ ਜੋ ਆਨਸਰ ਹੈ ਉਹ ਹੈ 24 ਯਾਨੀ ਕਿ 24। ਨੈਕਸਟ ਹੈ 2⁻³ ਦਾ ਮੁੱਲ ਡੈਸ਼ ਹੁੰਦਾ ਹੈ। ਵੈਲਿਊ ਆਫ 2⁻³ ਇਜ਼। ਹੁਣ ਇੱਥੇ ਸਾਨੂੰ 2⁻³ ਜੋ ਹੈ ਗਿਵਨ ਹੈ। ਦੇਖੋ 2⁻³ ਹੁਣ ਅਗਰ ਮਾਈਨਸ ਦੇ ਵਿੱਚ ਪਾਵਰ ਹੋਏ, ਪਹਿਲਾਂ ਅਸੀਂ ਉਸ ਨੂੰ ਪੋਜ਼ੀਟਿਵ ਕਰਦੇ ਹਾਂ ਤਾਂ ਉਹ ਪੋਜ਼ੀਟਿਵ ਕਿਸ ਤਰ੍ਹਾਂ ਹੁੰਦੀ ਹੈ, ਉਹ ਜੋ ਹੈ ਅਗਰ ਅਸੀਂ ਦੇਖੋ ਜਿਵੇਂ ਇੱਥੇ ਇਹ ਜੋ ਹੈ ਨਿਊਮਰੇਟਰ ਦੇ ਵਿੱਚ ਹੈ, ਅਗਰ ਅਸੀਂ ਇਸ ਨੂੰ ਡਿਨੋਮੀਨੇਟਰ ਦੇ ਵਿੱਚ ਲਿਆਈਏ, ਨੀਚੇ ਲਿਆਈਏ, ਤਾਂ ਇਹ ਜੋ ਮਾਈਨਸ ਦਾ 3 ਹੈ ਉਹ ਪਲੱਸ ਦਾ 3 ਹੋ ਜਾਂਦਾ ਹੈ। ਇਸ ਤੋਂ ਬਾਅਦ ਹੁਣ ਜਿਵੇਂ 2 ਦੀ ਪਾਵਰ ਇਹ ਜੋ ਹੈ 3 ਹੈ, ਪਲੱਸ 3 ਹੈ, ਇਹਦਾ ਮਤਲਬ ਕੀ ਹੈ ਵੀ ਅਸੀਂ 2 ਨੂੰ ਜੋ ਹੈ 3 ਟਾਈਮਸ ਮਲਟੀਪਲਾਈ ਕਰਨਾ ਹੈ। ਹਾਂਜੀ, ਨਿਊਮਰੇਟਰ ਦੇ ਵਿੱਚ ਜੋ ਹੈ ਉਹ 1 ਹੈ, ਨੀਚੇ ਜੋ ਹੈ ਡਿਨੋਮੀਨੇਟਰ ਦੇ ਵਿੱਚ ਜੋ ਹੈ ਉਹ 2 ਜੋ ਹੈ 3 ਟਾਈਮਸ ਆ ਰਿਹਾ ਹੈ, ਤਾਂ 2 2s 4 4 2s 8। ਤਾਂ ਸਾਡਾ ਜੋ ਆਨਸਰ ਹੈ ਉਹ ਹੈ 1/8 ਯਾਨੀ ਕਿ 1/8। ਹਾਂਜੀ, ਤਾਂ ਸਾਡਾ ਜੋ ਆਨਸਰ ਹੈ ਉਹ ਹੈ 1/8। 1/8 ਜੋ ਹੈ 1/8 ਸਾਡਾ ਜੋ ਹੈ ਐਗਜ਼ੈਕਟ ਰਾਈਟ ਆਨਸਰ ਹੈ। ਨੈਕਸਟ ਹੈ ਜੀ, ਇੱਕ ਸੰਖਿਆ ਜਿਸ ਦਾ ਇਕਾਈ ਅੰਕ 5 ਹੋਵੇ ਹਮੇਸ਼ਾ ਸੰਖਿਆ ਡੈਸ਼ ਦਾ ਇੱਕ ਗੁਣਜ ਹੁੰਦੀ ਹੈ। A number whose unit digit is 5 is always a multiple of the number। ਅਗਰ ਕਿਸੇ ਵੀ ਨੰਬਰ ਦਾ ਜੋ ਵਨਸ ਪਲੇਸ ਹੈ, ਠੀਕ ਹੈ, ਜਿਵੇਂ ਕਿ ਐਗਜ਼ਾਮਪਲ ਦੇ ਤੌਰ ਤੇ ਅਸੀਂ ਕੁਝ ਨੰਬਰਸ ਲੈ ਲੈਂਦੇ ਹਾਂ। ਜਿਵੇਂ ਮੈਂ ਐਜ਼ਿਊਮ ਕਰ ਲੈਂਦਾ ਹਾਂ ਵੀ 25 ਹੋ ਗਿਆ, 35 ਹੋ ਗਿਆ, 45 ਹੋ ਗਿਆ,
55 ਹੋ ਗਿਆ, ਠੀਕ ਹੈ, 65 ਹੋ ਗਿਆ। ਇਹਨਾਂ ਨੇ ਕਿਹਾ ਹੈ ਵੀ ਇੱਦਾਂ ਦੇ ਨੰਬਰਸ ਜਿਨ੍ਹਾਂ ਦਾ ਜੋ ਵਨਸ ਪਲੇਸ ਹੈ, ਜਿਵੇਂ ਇੱਥੇ ਤੁਸੀਂ ਦੇਖ ਸਕਦੇ ਹੋ 25 ਦਾ ਜੋ ਵਨਸ ਪਲੇਸ ਹੈ ਉਹ 5 ਹੈ, 35 ਦਾ ਜੋ ਵਨਸ ਪਲੇਸ ਹੈ ਉਹ ਵੀ 5 ਹੈ, ਇੱਦਾਂ ਹੀ 45 ਦਾ ਜੋ ਵਨਸ ਪਲੇਸ ਹੈ ਉਹ ਵੀ 5 ਹੈ, 55 ਦਾ ਜੋ ਵਨਸ ਪਲੇਸ ਹੈ ਉਹ ਵੀ 5 ਹੈ, ਤੇ 65 ਦਾ ਜੋ ਵਨਸ ਪਲੇਸ ਹੈ ਉਹ ਵੀ 5 ਹੈ। ਵੀ ਇੱਦਾਂ ਦੇ ਨੰਬਰ ਜਿਨ੍ਹਾਂ ਦਾ ਜੋ ਵਨਸ ਪਲੇਸ ਹੈ ਉਹ 5 ਹੋਏ ਤਾਂ ਉਹ ਕਿਸ ਨੰਬਰ ਦੇ ਜੋ ਹੈ ਮਲਟੀਪਲ ਹੋਣਗੇ, ਵੀ ਕਿਸ ਨੰਬਰ ਤੋਂ ਜੋ ਹੈ ਹਮੇਸ਼ਾ ਜੋ ਹੈ ਉਹ ਡਿਵਾਈਡ ਹੋ ਸਕਦੇ ਹੈ। ਤਾਂ ਇੱਦਾਂ ਦੇ ਜਿੰਨੇ ਵੀ ਨੰਬਰਸ ਹੈ ਜਿਨ੍ਹਾਂ ਦਾ ਵਨਸ ਪਲੇਸ ਦੇ ਉੱਪਰ ਜੋ ਡਿਜਿਟ ਹੈ ਉਹ 5 ਹੋਏਗਾ, ਉਹ ਹਮੇਸ਼ਾ 5 ਤੋਂ ਡਿਵਾਈਡ ਹੋਣਗੇ, 5 ਦੇ ਮਲਟੀਪਲ ਹੋਣਗੇ। ਤਾਂ ਸਾਡਾ ਆਨਸਰ ਹੋਏਗਾ ਜੀ ਹਾਂਜੀ 5, ਇਹ ਸਾਡਾ ਆਨਸਰ ਹੈ। ਅਸੀਂ ਇੱਥੇ ਲਿਖਾਂਗੇ 5। A number whose unit digit is 5 is always a multiple of the number 5.